ਗਿਆਨੀ ਕੈ ਮਿੱਤਰ ਸੱਤਰ ਸਮਾਨ। ਬ੍ਰਹਮ ਗਿਆਨੀ ਲਈ ਮਿੱਤਰ ਛੱਤਰ ਨਹੀਂ, ਕਿਉਂਕਿ ਮਿੱਤਰ ਅਤੇ ਸ਼ਤਰੂ ਮਾਇਆ ਵਿੱਚ ਹੈ। ਬ੍ਰਹਮ ਦੇ ਵਿੱਚ ਕੋਈ ਮਿੱਤਰ ਨਹੀਂ, ਕੋਈ ਸ਼ਤਰੂ ਨਹੀਂ, ਇੱਕੋ ਹੀ ਜੈਸਾ ਹੁੰਦਾ ਸਾਰਾ ਕੁਝ। ਸੋ ਇਹ ਅਕਾਲ ਪੁਰਖ ਵਾਹਿਗੁਰੂ ਦੀ ਨਿਗਾਹ ਵਿੱਚ ਕੋਈ ਮਿੱਤਰ ਜਾਂ ਸ਼ਤਰੂ ਆਦਿਕ ਦੀ ਕੋਈ ਗੱਲ ਨਹੀਂ ਹੈ। ਇਹ ਤਾਂ ਸਿਰਫ ਸਧਾਰਨ ਵਿਅਕਤੀ ਜਿਹੜੇ ਨੇ, ਸੰਸਾਰ ਦੇ ਜੀਵ ਨੇ, ਇਹਨਾਂ ਵਾਸਤੇ ਇਹ ਮੇਰਾ ਮਿੱਤਰ ਹੈ, ਮੇਰਾ ਦੁਸ਼ਮਣ ਹੈ, ਉਹਨਾਂ ਦੇ ਮਨ ਦੇ ਅੰਦਰ ਐਸਾ ਆਉਂਦਾ। ਬ੍ਰਹਮ ਗਿਆਨੀ ਕਹਿ ਨਾਹੀ ਮਨ। ਬ੍ਰਹਮ ਗਿਆਨੀ ਦੇ ਹਿਰਦੇ ਦੇ ਵਿੱਚ ਹੰਕਾਰ ਨਹੀਂ ਹੁੰਦਾ, ਹਮੇਸ਼ਾ ਨਿਮਰਤਾ ਹੁੰਦੀ ਹੈ। ਜੇ ਪਰਖਣਾ ਹੋਵੇ, ਵੈਸੇ ਤਾਂ ਆਪਾਂ ਉਹਨਾਂ ਦੀ ਪਰਖ ਲੈਣ ਦੇ ਯੋਗ ਨਹੀਂ ਹੁੰਦੇ, ਜੇ ਕਦੇ ਪਰਖਣਾ ਵੀ ਪੈ ਜੇ ਉਹਨਾਂ ਨੂੰ ਤਾਂ ਬਿਲਕੁਲ ਪੂਰੇ ਉਤਰਦੇ ਨੇ ਆਪਣੀ ਕਸਵੱਟੀ ਦੇ ਉੱਤੇ। ਇੰਨੀ ਸ਼ਕਤੀ ਦੇ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਅੰਦਰ ਬਹੁਤ ਨਿਮਰਤਾ ਹੁੰਦੀ ਹੈ। ਬੜੇ ਉੱਚ ਕੋਟੀ ਦੇ ਮਹਾਨ ਬ੍ਰਹਮ ਗਿਆਨ ਦੇ ਵਿੱਚ ਸੰਪੂਰਨ ਬਾਬਾ ਮਿੱਤ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਭਾਰੀ ਸੇਵਾ ਕੀਤੀ ਹੈ। ਉਹ ਸੰਪੂਰਨਤਾ ਵਿੱਚ ਚਲੇ ਗਏ। ਉਹਨਾਂ ਨੇ ਕਦੇ ਵੀ ਲੰਗਰ ਵਰਤਾਉਂਦਿਆਂ ਦੂਜੇ ਨੂੰ ਨਹੀਂ ਕਹਿਣਾ ਭਾਈ ਤੂੰ ਵੀ ਵਰਤਾ ਆ ਕੇ, ਪਰ ਜਿੰਨੀ ਸੰਗਤ ਬੈਠ ਗਈ ਆ ਕੇ ਉਹਨਾਂ ਨੇ ਆਪਣੇ ਆਪ ਹੀ ਬਰਤਨ ਚੁੱਕਣੇ, ਵਰਤਾਉਣ ਲੱਗ ਜਾਣਾ। ਦੂਜਿਆਂ ਨੇ ਦੇਖ ਕੇ ਦੌੜਨਾ ਕਿ ਵੀ ਉਹ ਆਪ ਲੰਗਰ ਵਰਤਾ ਰਹੇ ਨੇ। ਨਿਮਰਤਾ ਬਹੁਤ ਜ਼ਿਆਦਾ ਹੁੰਦੀ ਹੈ। ਇੱਕ ਸਧਾਰਨ ਵਿਅਕਤੀ ਦੀ ਨਿਮਰਤਾ ਤਾਂ ਨਿਮਰਤਾ ਹੀ ਹੈ, ਕਿਉਂਕਿ ਜਿਹਦੇ ਕੋਲ ਹੈ ਹੀ ਕੁਛ ਨਹੀਂ ਉਹ ਤਾਂ ਹੈ ਨਿਮਰਤਾ, ਉਹ ਤਾਂ ਨਹੀਂ ਗਿਣੀ ਜਾਂਦੀ। ਪਰ ਜਿਹਦੇ ਕੋਲ ਇੰਨੀ ਵੱਡੀ ਤਾਕਤ ਹੋਵੇ ਕਿ ਤਿੰਨਾਂ ਲੋਕਾਂ ਦਾ ਮਾਲਕ ਬਣਿਆ ਹੋਵੇ, ਉਹ ਸ਼ਕਤੀ ਦੇ ਨਾਲ ਭਰਪੂਰ ਹੋਵੇ ਤੇ ਫਿਰ ਉਹਦੇ ਅੰਦਰ ਨਿਮਰਤਾ ਆਵੇ, ਉਹ ਇੱਕ ਬਹੁਤ ਵੱਡੀ ਗੱਲ ਹੈ। ਬ੍ਰਹਮ ਗਿਆਨੀ ਉੱਚ ਤੇ ਉੱਚਾ। ਬ੍ਰਹਮ ਗਿਆਨੀ ਉੱਚਿਆਂ ਤੋਂ ਵੀ ਉੱਚਾ ਹੈ, ਸਾਰਿਆਂ ਤੋਂ ਉੱਚਾ ਪਰਮੇਸ਼ਰ ਦੇ ਵਿੱਚ ਲੀਨ ਹੋਇਆ ਹੈ। ਪਰ ਉਹਦਾ ਮਨ ਕਿੱਥੇ ਹੈ? ਮਨ ਆਪਣਾ ਹੈ ਸਭ ਤੇ ਨੀਚਾ। ਪਰ ਉਹ ਆਪਣੇ ਮਨ ਦੇ ਅੰਦਰ ਸਾਰਿਆਂ ਨਾਲੋਂ ਨੀਵਾਂ ਗਿਣਦਾ ਆਪਣੇ ਆਪ ਨੂੰ। ਉਹ ਕਹਿੰਦਾ ਬਾਕੀ ਦੇ ਸਭ ਵੱਡੇ ਨੇ, ਮੈਂ ਨੀਵਾਂ ਹਾਂ, ਕਿਉਂਕਿ ਉਹਦੇ ਅੰਦਰ ਨਿਮਰਤਾ ਹੀ ਇੰਨੀ ਆ ਜਾਂਦੀ ਹੈ। ਸਭ ਤੋਂ ਵੱਧ ਨਿਮਰਤਾ ਪਰਮਾਤਮਾ ਦੇ ਵਿੱਚ ਹੈ। ਸਭ ਤੋਂ ਵੱਧ ਨਿਮਰਤਾ ਸਤਿਗੁਰੂ ਮਹਾਰਾਜ ਦੇ ਵਿੱਚ ਹੈ। ਇਸੇ ਪ੍ਰਕਾਰ ਕਿਉਂਕਿ ਅਕਾਲ ਪੁਰਖ ਹੀ ਸਤਿਗੁਰੂ ਦੇ ਵਿੱਚ ਬੈਠੇ ਨੇ ਅਤੇ ਅਕਾਲ ਪੁਰਖ ਹੀ ਬ੍ਰਹਮ ਗਿਆਨੀ ਵਿੱਚ ਬੈਠੇ ਹੁੰਦੇ ਨੇ, ਤਾਂ ਤੇ ਉਹ ਆਪਣੇ ਆਪ ਨੂੰ ਇੰਨਾ ਨੀਵਾਂ ਸਮਝਦੇ ਸਭ ਤੋਂ ਕਿ ਨਿਮਰਤਾ ਨਾਲ ਜਗਤ ਦੀ ਸੇਵਾ ਕਰਦੇ ਨੇ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਉਹ ਜੀਵ ਬਣਦੇ ਨੇ ਜਿਨ੍ਹਾਂ ਉੱਤੇ ਆਪ ਵਾਹਿਗੁਰੂ ਕਿਰਪਾ ਕਰ ਦੇਣ, ਆਪ ਬਣਾ ਦੇਣ। ਬ੍ਰਹਮ ਦਾ ਗਿਆਨ, ਕਿਉਂਕਿ ਬਹੁਤ ਵੱਡਾ ਬ੍ਰਹਮ ਦਾ ਗਿਆਨ ਹੈ, ਛੋਟਾ ਗਿਆਨ ਨਹੀਂ। ਹਰੇਕ ਚੀਜ਼ ਦੀ ਹੱਦ ਹੈ। ਪੜ੍ਹਾਈਆਂ ਕਰਦੇ ਇਨਸਾਨ ਕਦੇ ਨਾ ਕਦੇ ਤਾਂ ਹੱਦ ਆ ਜਾਂਦੀ ਪੜ੍ਹਾਈ ਦੀ, ਬਸ ਇਹ ਤੋਂ ਅੱਗੇ ਕੋਈ ਡਿਗਰੀ ਨਹੀਂ ਹੈ। ਹਰੇਕ ਚੀਜ਼ ਦੀ ਹੱਦ ਹੈ, ਪਰ ਬ੍ਰਹਮ ਦੀ ਕੋਈ ਹੱਦ ਨਹੀਂ ਹੈ। ਬ੍ਰਹਮ ਦੇ ਵਿੱਚ ਤਾਂ ਜਿੰਨਾ ਵੱਧ ਗਿਆ ਉਨਾ ਹੀ, ਜਿੰਨੀ ਉੱਚੀ ਅਵਸਥਾ ਹੋ ਗਈ, ਜਿੰਨੇ ਉੱਚੇ ਚਲੇ ਗਏ, ਉਹ ਅੱਗੇ ਜਾ ਕੇ ਫਿਰ ਉਵੇਂ ਹੀ ਲੱਗਦਾ ਵੀ ਇਹ ਤਾਂ ਹਲੇ ਬਹੁਤ ਵੱਡਾ ਹੈ। ਇਹ ਤਾਂ ਵਾਹਿਗੁਰੂ ਹੀ ਕਿਸੇ ਨੂੰ ਬ੍ਰਹਮ ਗਿਆਨ ਦਾ ਪੂਰਾ ਸੰਪੂਰਨ ਗਿਆਨ ਦੇ ਦੇਣ ਤਾਂ ਪਤਾ ਲੱਗਦਾ। ਸਤਿਗੁਰੂ ਦੀ ਕਿਰਪਾ ਦਾ ਸਦਕਾ ਹੀ ਬ੍ਰਹਮ ਗਿਆਨ ਹੋਵੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਚੀਨਾ ਤੋਂ ਭਾਵ ਜਾਣਿਆ ਹੈ ਬ੍ਰਹਮ ਗਿਆਨੀ ਨੇ ਆਤਮਕ ਰਸ ਨੂੰ। ਆਤਮਕ ਰਸ ਆਪਣੇ ਅੰਦਰ ਹੈ, ਹੁਣ ਵੀ ਹੈ, ਸਾਰਿਆਂ ਦੇ ਅੰਦਰ ਹੈ। ਪਰ ਆਤਮਕ ਰਸ ਨੂੰ ਜਾਣਨਾ ਬਹੁਤ ਮਿਹਨਤ ਦਾ ਕੰਮ ਹੈ। ਕਈ ਵਾਰ ਆਪਾਂ ਮਹਾਰਾਜ ਦਸਵੇਂ ਪਾਤਸ਼ਾਹ ਦੀਆਂ ਪੰਕਤੀਆਂ ਯਾਦ ਕਰਦੇ ਹਾਂ ਕਿ ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ,
प्रभ मैं मोह मैं तास मैं रंचक नाही भेव। ब्रह्म ज्ञानी जिहड़ा हुंदा है वो आत्मक रस दे विच डुੱਬ जांदा, लीन हो जाता। इसे करके ब्रह्म ज्ञानी सगल की रीना है, सारियां दी। ब्रह्म ज्ञानी भी जोड़े झाड़ दे संगतां दे जदों भी मौका लग जाए भांडे मांजने, जोड़े झाड़ने, झाड़ू देना, क्योंकि इस चीज़ नूं आम संसारी बंदा नहीं समझ सकिया कि इहदे विच की गुझा भेद है। जिन्हों पता लग जाए कि गुरु घर दे विच जिहड़ी दात है वो उपरों नहीं मिलती, वो थल्लों मिलती, जोड़ियां विचों, संगत दे दरियां झाड़न विचों सब कुछ मिलता। जिथे संगत बैठती है उत्थों की चरण धूड़ी लैनी है। तो महाराज कहने ब्रह्म ज्ञानी सारियां दी चरण धूड़ी हन, बन के रहने चरण धूड़ी हरेक दी। साधारण व्यक्ति अपने आप को बहुत बड़ा समझण लग जाता, पर ब्रह्म ज्ञानी नहीं, वो अपने आप को हमेशा नीवां ही समझदा। इन्नी निमरता लियाउणी बहुत औखी है, पर फिर भी कोशिश आपां नूं करनी चाहिए है कि नीवां रहां, निमरता विच रहां, कदे अपने आप को जणावां ना। संसार की आदत हुंदी हमेशा अपने आप को जणाउणा, सेवा करके जनाउणी, सिमरन करके जनाउणा, मेरी हरेक गल का पता लगे, लोगां विच मेरा पता लगे। महाराज कहने ये ना करया करो, ऐसी सेवा होवे किसी नूं पता ही ना लगे, ऐसा सिमरन होवे कि गुप्ती होवे। बाहरों आप नूं होर दिखाउणा ते अंदरों संसार दे लोग जिहड़े उल्ट चलते हैं, बाहरों चलते हैं जीओ मैले बाहरों निर्मल, पर रब दे प्यारे कहते हैं बाहरों मैं मैला रहा तो अंदरों निर्मल रहा, ताकि किसी को पता ना लगे। जिन पट अंदर बाहर गुदड़ते भले संसार, तिन नेहो लगा रब सेती देखने विचार। रंग हसै रंग रोवै चुप भी कर जाए, परवाह नाही किसै केरी बाज सच्चे नाह। सो इस करके वो हमेशा निम्रता विच ही रहंदे। ब्रह्म ज्ञानी की सब ऊपर माया, ब्रह्म ज्ञानी की सारिਆਂ उत्ते हमेशा ही कृपा हुंदी, क्योंकि उन्होंने तो सारिਆਂ विच ब्रह्म ही नज़र आउंदा। इस करके उन्हों दे अंदर वैर नहीं हुंदा कदे भी। संसारी मनुख वैर करदा, खिजदा, खपदा, अपने आप ही वैर करके थले डिग पैंदा। पर ब्रह्म ज्ञानी जिहड़े ने वो वैर ही नहीं करते जो किसी नाल, इस करके वो अपनी जगह के उत्ते टिके रहंदे ने। संसारी बंदा ब्रह्म ज्ञानी नाल वैर कर करके अपने आप ही खप जाता। ब्रह्म ज्ञानी ते कुछ बुरा ना पाया, ब्रह्म ज्ञानी कोलों कदे कुछ बुरा हुंदा ही नहीं। ब्रह्म ज्ञानी के चरणों थले आके जे कोई मर जे, वैसे तो आम बंदे नूं पाप लगता बई ये गलती हो गई ये तो, पर जे ਉਹਦੇ चरणों थले आके मर गया ਉਹਦਾ भला हो गया, मुक्त हो गया। सो इस करके सतगुरु महाराज ने किन्ना ही शिकार खेडिया, किन्ने जीवां दा भला ही कीता। हुण आपां बराबरी करिए कि महाराज ने शिकार खेडिया, महाराज ने तो जिहदे तीर मारता वो सीधा सचखंड नूं भेज दिंदे आ, ते आपां ने कित्थे जाना। ना आपां सचखंडीए हाँ, ना आपां किसी नूं भेज सकते हैं। ब्रह्म ज्ञानी सदा समदर्शी, ब्रह्म ज्ञानी की जिहड़ी बिरती हुंदी है समदर्श हुंदी है। इक्को जिही सम तो भाव बराबर, दर्शी तो भाव देखना, इक्को जिही देखदे सारिआं नूं। बच्चा, बुढ़ा, जवान, पशु, पंछी, दरख्त, हरेक चीज़ का ध्यान रखना, किसी नाल वैर नहीं करना मन के अंदर। क्योंकि वैर तां करिए जे आपां नूं दूजा नज़र आउंदा होवे। जदों तुसीं आप ही बैठे नज़र आउंदे हो सारिਆਂ दे विच, तां मैं किहदे नाल वैर करां, मैनूं कोई माड़ा लगदा ही नहीं। रूह दर हर जिस्म गुरु गोबिंद सिंह, हरेक दे अंदर वाहिगुरु नज़र आउंदा। ब्रह्म ज्ञानी की दृष्ट अमृत बरसी,
ਜਿਵੇਂ ਸਤਿਗੁਰੂ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਇਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੁੰਦਾ। ਇਹ ਚੀਜ਼ ਤਾਂ ਆਪਾਂ ਕਦੇ ਬ੍ਰਹਮ ਗਿਆਨੀ ਨੂੰ ਕਿਸੇ ਨੂੰ ਮਿਲੇ ਹੀ ਨਹੀਂ ਹੈ, ਤੇ ਹੁਣ ਕੀ ਦਸੀਏ ਵੀ ਉਹਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੁੰਦਾ ਕਿਵੇਂ। ਸੋ ਜਿਵੇਂ ਕੋਈ ਬੰਦਾ ਕਹਿਣ ਲੱਗਿਆ ਮਹਾਤਮਾ ਨੂੰ ਵੀ ਮੈਂ ਜਿਹੜਾ ਅੰਮ੍ਰਿਤ ਰਸ ਹੈ ਇਹ ਆਨੰਦ ਦੇਖਣਾ ਕੈਸਾ ਹੁੰਦਾ। ਪਾਣੀ ਦਾ ਗਲਾਸ ਲਿਆਂਦਾ, ਮਹਾਤਮਾ ਨੇ ਪਾਣੀ ਵੱਲ ਨੂੰ ਨਿਗਾਹ ਕਰ ਦਿੱਤੀ ਆਪਣੀ, ਕੁਝ ਦੇਰ ਤੱਕਦੇ ਰਹੇ, ਕਹਿੰਦੇ ਲੈ ਵੀ ਪੀ ਲੈ ਇਹਨੂੰ। ਪਾਣੀ ਪੀਣ ਦੇ ਨਾਲ ਹੀ ਉਹਨੂੰ ਇੰਨਾ ਰਸ ਆਇਆ ਕਿ ਉਹ ਬੰਦਾ ਆਨੰਦ ਵਿੱਚ ਲੀਨ ਹੋ ਗਿਆ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ 'ਚ ਇੰਨਾ ਅੰਮ੍ਰਿਤ ਹੈ ਕਿ ਜੇ ਉਹ ਮਨ ਕਰਕੇ ਕਿਸੇ ਵੱਲ ਤੱਕ ਲੈਣ ਤਾਂ ਨਾਨਕ ਨਦਰੀ ਨਦਰ ਨਿਹਾਲ ਤੱਕ ਲੈ ਜਾਂਦੇ ਨੇ। ਜੇ ਕਿਸੇ ਰੋਗੀ ਵੱਲ ਦੇਖ ਲੈਣ, ਰੋਗੀ ਦਾ ਰੋਗ ਉਡਾ ਦਿੰਦੇ ਨੇ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੁੰਦਾ ਹੈ, ਪਰ ਉਹ ਕਿਸੇ ਕਿਸੇ ਤੇ ਵਿਸ਼ੇਸ਼ ਕਿਰਪਾ ਕਰਦੇ ਨੇ, ਜਿਵੇਂ ਖਾਸ ਹੀ ਕੋਈ ਮਿਹਰ ਹੋ ਜਾਏ ਤਾਂ। ਜਿਵੇਂ ਕੋਈ ਕਹੇ ਸੰਕਲਪ ਕਰ ਲਿਆ ਕਿਸੇ ਗੁਰਸਿੱਖ ਨੇ ਵੀ 68 ਤੀਰਥਾਂ ਤੇ ਜਾ ਕੇ ਮੈਂ ਵੀ ਇਸ਼ਨਾਨ ਕਰ ਆਵਾਂ। ਬ੍ਰਹਮ ਗਿਆਨੀ ਅੰਤਰਜਾਮੀ ਹੁੰਦੇ ਨੇ, ਕਹਿੰਦੇ ਭਾਈ ਇਹ ਕੀ ਸੰਕਲਪ ਕਰ ਲਿਆ ਤੂੰ, ਸੁਣਿਆ 68 ਕਾ ਇਸ਼ਨਾਨ। ਕਹਿੰਦਾ ਬਾਜੀ ਐਵੇਂ ਫੁਰਨਾ ਬਣ ਗਿਆ ਮਨ ਦਾ, ਹੁਣ ਕੀ ਕਰਾਂ। ਕਹਿੰਦੇ ਭਾਈ ਗੁਰਸਿੱਖ ਨੂੰ ਤਾਂ ਜਾਣਾ ਨਹੀਂ ਚਾਹੀਦਾ, ਤੀਰਥ ਤਾਂ ਗੁਰਸਿੱਖ ਦਾ ਇਸ਼ਨਾਨ ਆਪ ਹੀ ਕਰਵਾ ਜਾਂਦੇ ਹੁੰਦੇ ਨੇ ਆ ਕੇ, ਜੇ ਇੱਛਾ ਕਰ ਲਵੇ। ਸੋ ਫਿਰ ਸਵੇਰੇ ਸਵੇਰੇ 2-3 ਦਾ ਟਾਈਮ ਸੀ, ਆਪਣੇ ਹੱਥ ਦੇ ਨਾਲ ਖੂਹ ਗੇੜਿਆ, ਹਲਟੀ ਗੇੜੀ, ਪਾਣੀ ਚਬੱਚੇ ਵਿੱਚ ਭਰ ਲਿਆ। ਚਬੱਚੇ ਦੇ ਵਿੱਚ ਉਸ ਵਕਤ ਨਿਗਾਹ ਕਰ ਦਿੱਤੀ, ਕੁਝ ਦੇਰ ਚੁੱਪ ਖੜ ਕੇ। ਕਹਿੰਦੇ ਲੈ ਭਾਈ 68 ਤੀਰਥ ਇੱਥੇ ਬੁਲਾ ਲੈਨੇ, ਇਹਦੇ 'ਚ ਚੁੱਭਾ ਲਾ ਲਾ। ਹੁਣ ਉਹਦੇ ਵਿੱਚ ਚੁੱਭਾ ਲਵਾ ਦਿੱਤਾ। ਕਹਿੰਦੇ ਪਾਣੀ ਕੱਢ ਦੇ ਬਸ, ਹੋਰ ਨਹੀਂ ਕਿਸੇ ਨੂੰ ਨਵਾ ਸਕਦੇ ਆਪਾਂ, ਕਿਉਂਕਿ ਤੇਰਾ ਸੰਕਲਪ ਸੀ, ਇਸ ਕਰਕੇ ਤੈਨੂੰ ਇਸ਼ਨਾਨ ਕਰਵਾ ਦਿੱਤਾ। ਤਾਂ ਤੇ ਬ੍ਰਹਮ ਗਿਆਨੀ, ਸਤਿਗੁਰੂ, ਅਕਾਲ ਪੁਰਖ, ਇਹ ਤਿੰਨਾਂ ਦਾ ਆਪਸ ਵਿੱਚ ਇੱਕੋ ਜਿਹੀ ਲਿੰਕ ਹੈ, ਹੋਵੇ ਸੰਪੂਰਨਤਾ। ਕਿਉਂਕਿ ਬ੍ਰਹਮ ਗਿਆਨ ਦੀਆਂ ਜਿਹੜੀਆਂ ਭੂਮਿਕਾਵਾਂ ਨੇ, ਸ਼ੁਭ ਇੱਛਾ, ਸ਼ੁਭ ਵਿਚਾਰਨਾ, ਤਨੂ ਮਾਨਸਾ, ਫਿਰ ਸਤਵਾ ਪਤ ਇਤਿਆਦਿਕ ਜਿਹੜੀਆਂ ਅੰਸ਼ ਸਖਤ ਪਦਾਰਥਾ ਭਾਵਨੀ ਤੁਰੀ ਅਵਸਥਾ, ਇਹ 7 ਭੂਮਿਕਾ ਬ੍ਰਹਮ ਗਿਆਨ ਦੀਆਂ ਨੇ। ਜਿਹੜਾ ਬੰਦਾ 7ਵੀਂ ਭੂਮਿਕਾ ਵਿੱਚ ਚਲਿਆ ਜਾਂਦਾ ਉਹਨੂੰ ਬ੍ਰਹਮ ਗਿਆਨੀ ਮੰਨਿਆ ਜਾਂਦਾ। ਸ਼ੁਭ ਇੱਛਾ ਵਾਲੇ ਤਾਂ ਆਪਾਂ ਸਾਰੇ ਬੈਠੇ ਹਾਂ, ਸ਼ੁਭ ਵਿਚਾਰਨਾ ਵੀ ਆਪਣੇ ਅੰਦਰ ਹੈ। ਫਿਰ ਉਸ ਤੋਂ ਬਾਅਦ ਜਿਹੜੀਆਂ ਤੀਜੀ ਸਟੇਜ ਹੈ, ਇਹ ਫਿਰ ਕਿਸੇ ਕਿਸੇ ਦੀ ਹੈ। ਚੌਥੀ ਅਵਸਥਾ ਬਹੁਤ ਘੱਟ ਬੰਦਿਆਂ ਦੀ ਹੈ, ਤਨੂ ਮਾਨਸਾ, ਮਨ ਦੀਆਂ ਵਾਸ਼ਨਾਵਾਂ ਦਾ ਪਤਲਾ ਹੋਣਾ, ਇਹ ਕਿਸੇ ਕਿਸੇ ਦੀਆਂ ਹੁੰਦੀਆਂ ਨੇ। ਚੌਥੀ ਅਵਸਥਾ ਵਿੱਚ ਸਤਵਾ ਪਤ, ਜਿਵੇਂ ਸੁੱਤਾ ਪਿਆ ਬੰਦਾ ਜਾਗ ਪੈਂਦਾ ਹੈ, ਇਸ ਤਰ੍ਹਾਂ ਮਨ ਦੀ ਅਵਸਥਾ ਨੇ ਜਾਗਰਤ ਅਵਸਥਾ ਵਿੱਚ ਆ ਜਾਣਾ, ਇਹਨੂੰ ਸਤਵਾ ਪਤ ਕਹਿੰਦੇ ਨੇ। ਤੋ ਇਹਦੇ ਨਾਲ ਅੰਸ਼ ਸਖਤ, ਮੋਹ ਅਤੇ ਹੰਕਾਰ ਦਾ ਦੂਰ ਹੋਣਾ, ਇਹ 5ਵੀਂ ਅਵਸਥਾ ਹੈ। ਇਹ ਤਾਂ ਕਿਸੇ ਦੀ ਨਹੀਂ ਆਉਂਦੀ ਆਪਣੀ, ਕੋਈ ਇੱਕ ਅੱਧਾ ਦੁਨੀਆ 'ਚ ਮਿਲਦਾ ਹੈ। 6ਵੀਂ ਅਵਸਥਾ ਜਿਹੜੀ ਆ ਪਦਾਰਥਾ ਭਾਵਨੀ, ਮਨ ਦੇ ਅੰਦਰੋਂ ਪਦਾਰਥਾਂ ਨੇ ਖਤਮ ਹੀ ਹੋ ਜਾਣਾ। ਇਹ 7ਵੀਂ ਅਵਸਥਾ ਹੈਗੀ ਤੁਰੀਆ ਅਵਸਥਾ। ਵਿਸਥਾਰ ਤਾਂ ਇਹਦਾ ਬਹੁਤ ਲੰਬਾ ਹੈ, ਪਰ ਆਪਾਂ ਇੰਨੇ 'ਚ ਹੀ ਸਾਰ ਲੈਂਦੇ ਹਾਂ। 7ਵੀਂ ਅਵਸਥਾ ਤੁਰੀਆ ਅਵਸਥਾ, ਜਿੱਥੇ ਜਾਗਰਤ, ਸੁਪਨ, ਸਖੋਪਤ ਤਿੰਨੇ ਹੀ ਖਤਮ ਹੋ ਜਾਂਦੀਆਂ ਨੇ, ਜਿੱਥੇ ਕੇਵਲ ਬ੍ਰਹਮ ਰੂਪ ਹੀ ਰਹਿ ਜਾਂਦਾ ਆਪ ਹੀ। ਜਦੋਂ 7ਵੀਂ ਅਵਸਥਾ ਦਾ ਮਾਲਕ ਬਣਦਾ ਹੈ ਤਾਂ ਉਹਨੂੰ ਕਹਿੰਦੇ ਨੇ ਸੰਪੂਰਨ ਬ੍ਰਹਮ ਗਿਆਨੀ, ਉਹਨੂੰ ਕਹਿੰਦੇ ਗੁਰਮੁਖ ਬ੍ਰਹਮ ਗਿਆਨੀ। ਉੱਥੇ ਜਦੋਂ ਚਲਿਆ ਜਾਂਦਾ ਤਾਂ ਉਹਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੋ ਜਾਂਦਾ। ਉਹ ਅੰਮ੍ਰਿਤ ਦ੍ਰਿਸ਼ਟੀ ਨਾਲ ਤੱਕ ਕੇ ਹੀ ਸਾਰੇ ਕਾਰਜ ਰਾਸ ਕਰਦਾ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਹਮੇਸ਼ਾ ਮਾਇਆ ਦੇ ਬੰਧਨਾਂ ਤੋਂ ਮੁਕਤ ਰਹਿੰਦਾ ਹੈ।
ਮਾਇਆ ਦੇ ਬੰਧਨਾਂ 'ਚ ਨਹੀਂ ਪੈਂਦਾ ਸੰਸਾਰੀ ਮਨੁੱਖਾਂ ਵਾਂਗੂ। ਅਸਲ ਵਿੱਚ ਇਹ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਗੱਲ ਤਾਂ ਸੱਚੀ ਹੈ। ਇਹ ਪਰ ਕਲਯੁਗ ਹੈ ਨਾ, ਕਲਯੁਗ ਦੇ ਸਮੇਂ ਵਿੱਚ ਅੱਜ ਦੇ ਲੋਕ ਜਿਹੜੇ ਕਈ ਨਕਲੀ ਬਣ ਜਾਂਦੇ ਨੇ ਮਹਾਤਮਾ, ਬੋਤਲ ਪਾਣੀ ਵਾਲੀ ਬੋਤਲ 'ਚ ਫੂਕ ਮਾਰ ਦੇਣਗੇ, ਲੈ ਬਣ ਗਿਆ ਅੰਮ੍ਰਿਤ। ਇੱਕ ਡੇਰੇ 'ਚ ਸਾਧੂ ਨੇ ਆਪਣੇ ਨਲਕੇ 'ਚ ਹੀ ਫੂਕ ਮਾਰਤੀ, ਕਹਿੰਦਾ ਸਾਰਾ ਹੀ ਅੰਮ੍ਰਿਤ ਬਣਾਤਾ ਮੈਂ। ਇੱਕ ਨੇ ਖੂਹ 'ਚ ਹੀ ਪਾਤੀ ਪਾਣੀ ਜੂਠਾ ਆਪਣਾ, ਇਹ ਬਣਾਤਾ ਅੰਮ੍ਰਿਤ। ਲੋਕ ਪਾਗਲ ਹੋ ਡਿੱਗਦੇ ਫਿਰਦੇ ਨੇ। ਇਹ ਕਈ ਚੀਜ਼ਾਂ ਨਕਲੀ ਵੀ ਸ਼ੁਰੂ ਹੋ ਜਾਂਦੀਆਂ, ਫਿਰ ਅਸਲੀ ਦੇ ਨਾਲ ਨਾਲ ਨਕਲੀ ਜਨਮ ਲੈਂਦੀਆਂ। ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਐਸਾ ਕਰਮ ਕਰ ਵੀ ਲੈਂਦੇ ਨੇ। ਹੁੰਦਾ ਤਾਂ ਹੈ, ਪਰ ਨਕਲੀ ਲੋਕ ਜਿਹੜੇ ਨੇ ਉਹ ਗੁੰਮਰਾਹ ਬਹੁਤ ਕਰਦੇ ਸਾਰਿਆਂ ਨੂੰ। ਇਸ ਕਰਕੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਾਈਓਂ ਤਿਆਰ ਕਰਵਾਇਆ ਕਿਉਂਕਿ ਮਹਾਰਾਜ ਆਪ ਚਰਨ ਪਹੁਲ ਦਿੰਦੇ ਸੀ। ਫਿਰ ਮਹਾਰਾਜ ਨੇ ਵਿਚਾਰਿਆ ਕਿ ਜੇ ਇਹ ਆਪਾਂ ਮਰਿਆਦਾ ਇਸ ਤਰ੍ਹਾਂ ਹੀ ਰੱਖੀ, ਇਹ ਤਾਂ ਹਰੇਕ ਹੀ ਆਪਣੇ ਪੈਰ ਧੋ ਕੇ ਪਿਆਉਣ ਲੱਗ ਜਾਊਗਾ, ਹਰੇਕ ਹੀ ਉੱਠ ਖੜਿਆ ਕਰੂਗਾ, ਆਓ ਜੀ ਮੈਂ ਤੁਹਾਨੂੰ ਅੰਮ੍ਰਿਤ ਛਕਾਵਾਂ, ਫਿਰ ਤਾਂ ਹਰੇਕ ਹੀ ਲੱਗ ਜਾ ਕਰੇਗਾ। ਇਸੇ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਹੁਣ ਬਖਸ਼ਿਸ਼ ਕੀਤਾ ਹੈ ਮਹਾਰਾਜ ਨੇ। ਜਿਹੜੀ ਪੰਜ ਪਿਆਰਿਆਂ ਦੀ ਦ੍ਰਿਸ਼ਟੀ ਹੈ, ਪੰਜ ਸਿੰਘਾਂ ਦੀਆਂ 10 ਅੱਖਾਂ ਨੇ ਜਿਹੜੀਆਂ, ਇਹ 10 ਗੁਰਾਂ ਦੇ ਨੇਤਰ ਮੰਨੇ ਜਾਂਦੇ ਨੇ। ਪੰਜ ਸਿੰਘਾਂ ਦੇ 10 ਹੱਥ ਹੁੰਦੇ ਨੇ, ਇਹ 10 ਗੁਰਾਂ ਦੇ ਹੱਥ ਮੰਨੇ ਜਾਂਦੇ ਨੇ। ਦ੍ਰਿਸ਼ਟੀ ਜਿਹੜੀ ਆ ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਪੈ ਰਹੀ ਹੁੰਦੀ ਅੰਮ੍ਰਿਤ ਦੇ ਉੱਤੇ, ਤੇ ਪੰਜਾਂ ਪਿਆਰਿਆਂ ਵਿੱਚ ਪ੍ਰਵੇਸ਼ ਹੋ ਕੇ 10ਵੇਂ ਪਾਤਸ਼ਾਹ ਉਹਦੇ ਵਿੱਚ ਦੀ ਦ੍ਰਿਸ਼ਟੀ ਕਰਦੇ ਨੇ, ਤਾਂ ਉਹ ਇੰਨਾ ਅੰਮ੍ਰਿਤ ਬਹੁਤ ਹੀ ਪ੍ਰਭਾਵਸ਼ਾਲੀ ਬਣਦਾ ਹੈ ਕਿਉਂਕਿ ਮਹਾਰਾਜ ਦੀ ਨਿਗਾਹ ਹੈ। ਫਿਰ ਗੁਰਬਾਣੀ ਪੜ੍ਹਨੀ ਹੈ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਦੀ ਜਿੰਨੀਆਂ ਵੀ ਜੁਗਤੀਆਂ ਨੇ ਉਹ ਪਵਿੱਤਰਤਾ ਵਾਲੀਆਂ ਹੁੰਦੀਆਂ ਨੇ। ਕੋਈ ਗਲਤ ਕੰਮ ਨਹੀਂ ਕਰਨਗੇ, ਛੇਤੀ ਕਰਦੇ ਹੀ ਨਹੀਂ, ਕਿਉਂਕਿ ਉਹ ਸੋਝੀ ਵਾਲੇ ਹੀ ਇੰਨੇ ਹੁੰਦੇ ਨੇ, ਸਿਆਣੇ ਹੀ ਇੰਨੇ ਹੁੰਦੇ ਨੇ ਕਿਉਂ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਹੈ। ਜਿਸ ਵਕਤ ਰਾਮ ਰਾਏ ਜੀ ਨਰੰਗੇ ਦੇ ਕੋਲ ਗਏ, ਨਰੰਗੇ ਨੇ 7ਵੇਂ ਪਾਤਸ਼ਾਹ ਨੂੰ ਬੁਲਾਇਆ ਸੀ। ਮਹਾਰਾਜ ਕਹਿਣ ਲੱਗੇ ਰਾਮ ਰਾਏ ਤੁਸੀਂ ਜਾਓ, ਅਸੀਂ ਨਹੀਂ ਜਾਣਾ। ਰਾਮ ਰਾਏ ਜੀ ਗਏ, ਨਰੰਗੇ ਨੇ ਦੇਖਿਆ ਵੀ ਪਰਖ ਲੈਣੀ ਚਾਹੀਦੀ ਇਹਨਾਂ ਦੀ। ਨਰੰਗੇ ਨੇ ਕੀ ਕੀਤਾ, ਸੀ ਤਾਂ ਪਾਪੀ ਕਿਸਮ ਦਾ ਬੰਦਾ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਪਤਾ ਨਹੀਂ ਕਿੱਥੋਂ ਪੱਤਰੇ ਮੰਗਵਾ ਲਏ, ਪੰਨੇ ਮੰਗਵਾ ਕੇ ਥੱਲੇ ਰੱਖ ਕੇ ਉੱਤੇ ਚਾਦਰ ਵਿਛਾ ਕੇ ਕਹਿੰਦੇ ਰਾਮ ਰਾਏ ਜੀ ਨੂੰ ਜਦੋਂ ਆਏ ਕਹਿੰਦੇ ਇੱਥੇ ਬੈਠੋ ਜੀ, ਕਹਿੰਦੇ ਦੇਖਦਿਆਂ ਨੂੰ ਪਤਾ ਲੱਗਦਾ ਕਿ ਨਹੀਂ। ਰਾਮ ਰਾਏ ਜੀ ਨੇ ਆਪਣੇ ਹੱਥੀਂ ਚਾਦਰ ਚੁੱਕ ਦਿੱਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਪੰਨਾ ਉੱਥੋਂ ਚੁੱਕ ਲਿਆ। ਕਹਿੰਦੇ ਰੰਗੇ ਇਹ ਕੰਮ ਨਾ ਕਰ, ਗੁਰਬਾਣੀ ਤੋਂ ਅਸੀਂ ਸਾਰਾ ਕੁਝ ਲੈਂਦੇ ਹਾਂ, ਤੂੰ ਗੁਰਬਾਣੀ ਦੀ ਬੇਅਦਬੀ ਨਾ ਕਰ। ਕਹਿੰਦਾ ਜੀ ਮੈਂ ਤਾਂ ਦੇਖਣਾ ਹੀ ਚਾਹੁੰਦਾ ਸੀ ਤੁਹਾਨੂੰ, ਕਿਉਂਕਿ ਬ੍ਰਹਮ ਗਿਆਨੀ ਦੀ ਜਿੰਨੀ ਵੀ ਜੁਗਤੀ ਹੁੰਦੀ ਹੈ ਉਦੋਂ ਤਾਂ ਸਤਿਗੁਰੂ ਜੀ ਨੇ ਬਹੁਤ ਕੁਝ ਦਿੱਤਾ ਸੀ ਰਾਮ ਰਾਏ ਨੂੰ। ਇਹ ਤਾਂ ਗਲਤੀ ਕਰ ਗਿਆ ਮਾੜੀ ਜੀ, ਤਾਂ ਖੋਹ ਲਿਆ ਸਾਰਾ ਕੁਝ, ਨਹੀਂ ਤਾਂ ਜਿੰਨੀ ਬਖਸ਼ਿਸ਼ ਕੀਤੀ ਸੀ ਮਹਾਰਾਜ ਨੇ ਕੋਈ ਅੰਤ ਨਹੀਂ ਸੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਜਿੰਨੀ ਵੀ ਜੁਗਤੀ ਹੁੰਦੀ ਨਿਰਮਲ ਹੁੰਦੀ ਹੈ। ਜਦੋਂ 30,000 ਲੜਕੀ ਛੁਡਵਾਈ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਤੋਂ, ਤਾਂ ਉਸ ਵਕਤ ਚੰਬੇ ਵਾਲੇ ਰਾਜੇ ਦੀ ਦੋਹਤਰੀ ਜਿਹੜੀ ਪਦਮਣੀ ਜਾਤੀ ਵਿੱਚੋਂ ਸੀ, ਇਸਤਰੀਆਂ ਵਿੱਚੋਂ ਅਤੀ ਸੁੰਦਰ ਸੀ, ਬਹੁਤ ਸੁੰਦਰ ਹੋਣ ਕਰਕੇ ਬਾਕੀ ਤਾਂ ਸਾਰੀਆਂ ਉਹਨਾਂ ਦੇ ਘਰੋਂ ਘਰੀ ਭੇਜ ਦਿੱਤੀਆਂ। ਸਿੰਘ ਕਹਿਣ ਲੱਗੇ ਬਾਬਾ ਦੀਪ ਸਿੰਘ ਜੀ ਨੂੰ ਕਿ ਇਹ ਜਿਹੜੀ ਚੰਬੇ ਵਾਲੇ ਰਾਜੇ ਦੀ ਦੋਹਤਰੀ ਹੈ ਇਹਨੂੰ ਤੁਸੀਂ ਛੱਡ ਕੇ ਆਓ, ਨਹੀਂ ਜਾਣੀਏ ਕਿਸੇ ਦਾ ਮਨ ਮੈਲਾ ਹੋ ਜਾਏ, ਅਤੀ ਸੁੰਦਰ ਹੈ। ਬਾਬਾ ਜੀ ਕਹਿਣ ਲੱਗੇ ਮੈਂ ਜਾਵਾਂਗਾ ਜ਼ਰੂਰ ਛੱਡਣ, ਪਰ 5 ਸਿੰਘ ਮੇਰੇ ਨਾਲ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਰੀਤੀ ਨਿਰਮਲ ਹੈ ਗੁਰਸਿੱਖਾਂ ਦੀ, ਨਿਰਮਲ ਰੀਤੀਆਂ ਹਨ ਗੁਰਸਿੱਖਾਂ ਦੀਆਂ ਕਿ ਭਾਈ ਮੈਂ ਕਲਗੀਧਰ ਮਹਾਰਾਜ ਨੇ ਕਿਹਾ 5 ਸਿੰਘ ਕਿਲਾ ਰੂਪ ਹੁੰਦੇ ਨੇ। ਜਿਹੜਾ ਬੰਦਾ 5 ਸਿੰਘਾਂ ਦੀ ਸ਼ਰਨ ਲੈਂਦਾ ਹੈ, 5 ਸਿੰਘਾਂ ਨੂੰ ਨਾਲ ਰੱਖਦਾ ਹੈ ਜਾਂ ਸੰਗਤ ਵਿੱਚ ਬੈਠਦਾ ਹੈ, ਉਹ ਕਿਲੇ ਦੇ ਵਿੱਚ ਬੈਠਾ ਹੈ, ਉਹਨੂੰ ਕੋਈ ਡਰ ਨਹੀਂ ਹੈ। ਜਿਹੜਾ ਬੰਦਾ ਕੋਈ ਇਕੱਲਾ ਗੱਲ ਕਰਦਾ ਉਹ ਗਲਤੀ ਕਰ ਸਕਦਾ, ਭਾਵੇਂ ਵੀ ਮਹਾਂਪੁਰਸ਼ ਬ੍ਰਹਮ ਗਿਆਨੀ ਸਨ,
पर मर्यादा सिखाउण वास्ते ब्रह्म ज्ञानी की निर्मल युगता, ब्रह्म ज्ञानी की युगती बड़ी निर्मल हुंदी है। कदे यही जी गल नहीं करनगे जिहदे च मैल होवे। ब्रह्म ज्ञानी का भोजन ज्ञान। हुण ब्रह्म ज्ञानी छकदे की ने? बाबा दीप सिंह जी 110 पाठ जपजी साहब दे रोज़ करने, 5 ग्रंथी का नितनेम, 7 बाणियां का वखरा, गुरु ग्रंथ साहिब के सरूप लिखने, संथ्या करवाउणी, कथा सिखाउणी, 22 घंटे जागना, 23 घंटे तक भी जाग लेंदे सी, क्योंकि अवस्था बहुत उच्ची है ना, नींद तो हुंदी नहीं। पर आप जी हमेशा बस बाहर जाना, घूमन फिरन, कच्चे बेर उत्थे बाहर खा आने, 5, 10, 20, 50 बेर जिन्ने खाने खा के जल छकिया आके बैठ, फिर भगती करनी। ਸਿੰਘਾਂ ने कहना महाराज जी आप जी लंगर छकते ही नहीं, तो महापुरुष कह देंगे ब्रह्म ज्ञानी का भोजन ज्ञान। कहते भाई बस नाम ही साडा भोजन है। थाल विच 3 वस्तु पईओ, सत संतोख विचारो, अमृत नाम ठाकुर का पयो, जिसका सब सधारो, जे को खावै जे को पुंचै, तिसका होए उधारो, यह वस्त तजी नह जाई, नित नित रखो रतारो। रोज रोज इनू धारण करके रखो। गुरु नानक देव जी महाराज नूं माता जी ने कहना प्रसादा नहीं छकदे। आप जी जदों प्रसादा बना के लियाउने जवाब दे दिंदे हो। महाराज सच्चे पातशाह कहने प्रसादा तो माता जी मैं छक रहा हाँ। कहने मैनू तो पुत्र जी तुहाडा प्रसादा नज़र नहीं आता है। महाराज कहने लो तुसी भी छक लो। तो सतनाम श्री वाहेगुरु साहिब, सतनाम श्री वाहेगुरु साहिब जी, सतनाम श्री वाहेगुरु, सतनाम श्री वाहेगुरु साहिब जी, सतनाम श्री वाहेगुरु साहिब जी। ये प्रसादा है, नाम दा भोजन। अखंड कीर्तन तिन भोजन चूरा। रब्बी नाम जपण वालियां नूं, रब्बी ज्ञान वालियां नूं नाम ही भोजन है। गुरु नानक देव जी नूं भुख नहीं लगती भाई मरदाना सवेरे जां फिर दोपहरे भुख लगती, फिर कहना रोटी खवाओ, शाम नूं आखे रोटी खवाओ। एक दिन कहन लग्या महाराज तुसी की है या खाधा होया, तुसी की छकदे हो, तुहानूं भुख नहीं लगती? महाराज गुरु नानक देव जी कहन लगे मरदानिया नाम का आधार है, सानू नाम का आधार। फिर महाराज कहने जदों कोई सिख गुरु का प्यारा साडा प्यारा बड़े प्यार नाल लंगर तैयार, जदों मरदानिया पहली बुरकी पाउण तो पहला वो कहता है धन गुरु नानक देव साहब महाराज। कहने मरदानिया वो बुरकी का आधार साडे तक आ जाता है। हज़ारां लखां गुरसिख रोटी खाण तो पहला जदों साडा नाम लैंदे ने सूखम रूप दे विच वो भोजन सानू मिल जाता है। इस करके सानू भुख नहीं लगती। नानक ब्रह्म ज्ञानी का ब्रह्म ध्यान, ब्रह्म ज्ञानी का ध्यान ब्रह्म विच ही रहिंदा, उहदा ध्यान ब्रह्म वाला ही हुंदा है। पंचां का गुर एक ध्यान, ये पंच उही ब्रह्म ज्ञानी का नाम ही है। पंच प्रवाण, पंच प्रधान, पंचे पाव है दरग है मान, पंचे सो है दर राजान, पंचां का गुर एक ध्यान। इस करके ब्रह्म ज्ञानी है। ब्रह्म ज्ञानी एक ऊपर आस, बब्बा पैर चरारा हाहा ते ममा ब्रह्म। ये ब्रह्म ब्रह्म कही ब्रह्म कह के लंघ जाने। ब्रह्म ਜਿਹੜਾ ब्रह्म ਹੁੰਦਾ ਇਹ ਤਾਂ ਬੱਬੇ ਦੇ ਪੈਰ 'ਚ ਰਾਰਾ ਤੇ ਮੰਮੇ ਨਾਲ ਹੀ ब्रह्म बन ਜਾਂਦਾ। ब्रह्म ज्ञानी, ब्रह्म ज्ञानी, ब्रह्म ज्ञानी। हाहा ये हाहा छड्डना नहीं। ब्रह्म ज्ञानी एक ऊपर आस। ब्रह्म ज्ञानी की हमेशा एक वाहिगुरु उत्ते ही आस है, वो दूजे उत्ते आस नहीं लाउंदे किसी उत्ते, क्योंकि है ही सारे किते ब्रह्म। ब्रह्म ज्ञानी का नहीं विनाश। ब्रह्म ज्ञानी किते जांदे नहीं। जे कई वो चढ़ाई कर गया हुण तो इत्थे नहीं है, वो शरीर करके दिखणों हट गया, पर है तो इत्थे ही है।
ਇਹ ਤਾਂ ਥੋੜੀ ਜਿਹੀ ਉੱਚੀਆਂ ਅਵਸਥਾ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਬ੍ਰਹਮ ਗਿਆਨੀ, ਇਹ ਬ੍ਰਹਮ ਗਿਆਨੀ ਕਿਤੇ ਥੋੜੀ ਜਾਂਦੇ ਆ। ਬ੍ਰਹਮ ਗਿਆਨੀ ਤਾਂ ਸਟੇਜ ਤੇ ਹੀ ਬੈਠੇ ਹੁੰਦੇ, ਕਥਾ ਸੁਣੀ ਜਾਂਦੇ ਰਹਿੰਦੇ ਆ, ਤਾਂ ਵੀ ਮੇਰੀ ਗੱਲ ਨੂੰ ਤੁਸੀਂ ਗੱਪ ਹੀ ਮੰਨਣਾ। ਪਰ ਜਿਹੜਾ ਕੋਈ ਦਿਵ ਦ੍ਰਿਸ਼ਟੀ ਵਾਲਾ ਬੈਠਾ ਹੋਣਾ ਉਹ ਪਤਾ ਲੱਗ ਜਾਂਦਾ। ਗੱਲ ਕਰਨੀ ਤਾਂ ਨਹੀਂ ਚਾਹੀਦੀ, ਪਰ ਇਹ ਹੈ ਵੀ ਕਈ ਗੁਰਸਿੱਖ ਵਿੱਚ ਦਿਵ ਦ੍ਰਿਸ਼ਟੀ ਵਾਲੀ ਕਦੇ ਕਦੇ ਬਹਿ ਜਾਂਦੇ, ਉਹ ਦੱਸ ਵੀ ਦਿੰਦੇ ਆ ਵੀ ਅੱਜ ਇੰਨੇ ਮਹਾਤਮਾ ਬੈਠੇ ਸੀ ਜਾਂ ਇੰਨੀਆਂ ਫੌਜਾਂ ਕਥਾ ਸੁਣਦੀਆਂ ਨੇ। ਉਹਨਾਂ ਨੂੰ ਵੀ ਇੱਛਾ ਰਹਿੰਦੀ ਹੈ ਕੀਰਤਨ ਸੁਣਨ ਦੀ, ਕਥਾ ਸੁਣਨ ਦੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਇੱਕ ਵਾਰ ਨਾਲ ਦੇ ਸਿੰਘਾਂ ਨੂੰ ਕਹਿੰਦੇ ਜੀ ਸ਼ਹੀਦ ਸਿੰਘ ਵੀ ਕੀਰਤਨ ਕਰਦੇ ਸੁਣਦੇ ਆ? ਕਹਿੰਦੇ ਹਾਂ। ਕਹਿੰਦੇ ਸਾਨੂੰ ਵੀ ਕਿਤੇ ਸੁਣਾਓ ਕੀਰਤਨ ਉਹਨਾਂ ਦਾ। ਕਹਿੰਦੇ ਸੰਗਾ ਸਵੇਰੇ ਸਵੇਰੇ ਆਇਓ 3 ਵਜੇ, ਰਾਗੀ ਸਿੰਘ ਬੁਲਾ ਲਏ। ਇਕੱਲੇ ਹੀ ਆ ਗਏ। ਜਦੋਂ ਕੀਰਤਨ ਦਰਬਾਰ ਸਾਹਿਬ ਦੇ ਵਿੱਚ ਮਸਤੂਆਣੇ ਕਰਨ ਲੱਗੇ, ਕਰੀ ਗਏ ਕਹਿੰਦੇ ਇੱਕਦਮ ਕਹਿੰਦੇ ਬੰਦ ਹੋ ਜਾਓ, ਚੁੱਪ ਕਰ ਜਾਓ। ਜਦੋਂ ਚੁੱਪ ਕਰਕੇ ਤਾਂ ਵੀ ਆਵਾਜ਼ ਆਈ ਜਾਵੇ। ਕਹਿੰਦੇ ਕਿਉਂ? ਸੁਣ ਲਿਆ ਨਾ? ਇਹ ਵੀ ਨਾਲ ਨਾਲ ਬੋਲਦੇ ਰਹਿੰਦੇ ਤੁਹਾਡੇ। ਜਿਹੜੀਆਂ ਰੂਹਾਂ ਨੇ, ਅੱਛੀਆਂ ਰੂਹਾਂ ਨੇ, ਕਿ ਉਹਨਾਂ ਦੀ ਖੁਰਾਕ ਨਹੀਂ ਹੈ ਗੁਰਬਾਣੀ? ਉਹਨਾਂ ਦੀ ਵੀ ਖੁਰਾਕ ਗੁਰਬਾਣੀ ਹੈ। ਸਰੀਰ ਵਿੱਚ ਰਹਿੰਦਿਆਂ ਵੀ ਰੂਹ ਦੀ ਖੁਰਾਕ ਬਾਣੀ ਹੈ, ਤੇ ਰੂਹ ਦੀ ਖੁਰਾਕ ਸਰੀਰ ਛੱਡਣ ਤੋਂ ਬਾਅਦ ਇਹ ਵੀ ਗੁਰਬਾਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਨਾਮ ਸਾਡਾ ਜਿਉਂਦਿਆਂ ਵੀ ਆਧਾਰ ਹੈ, ਮਰਨ ਤੋਂ ਬਾਅਦ ਵੀ ਨਾਮ ਦਾ ਹੀ ਆਧਾਰ ਆਪਾਂ ਨੂੰ। ਗੁਰਬਾਣੀ ਦਾ ਆਧਾਰ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਗੁਰਬਾਣੀ ਦਾ ਆਧਾਰ ਤਾਂ ਆਪਾਂ ਨੂੰ ਸਦਾ ਹੀ ਹੈ। ਇਹ ਭੋਜਨ ਹੈ ਆਪਣਾ। ਬ੍ਰਹਮ ਗਿਆਨੀ ਸਦ ਜੀਵਾ ਨਹੀਂ ਮਰਦਾ। ਬ੍ਰਹਮ ਗਿਆਨੀ ਸਦਾ ਆਪਣੇ ਕੋਲ ਹੀ ਹੁੰਦੇ ਨੇ। ਬ੍ਰਹਮ ਗਿਆਨੀ ਹੀ ਸਾਰਾ ਕੁਝ ਕਰਦੇ ਨੇ। ਸ੍ਰਿਸ਼ਟੀ ਨੂੰ ਬ੍ਰਹਮ ਗਿਆਨੀ ਹੀ ਚਲਾਉਂਦੇ ਨੇ। ਭਾਵੇਂ ਉਹ ਸਰੀਰ ਛੱਡ ਜਾਂਦੇ ਨੇ, ਪਰ ਡਿਊਟੀਆਂ ਨਹੀਂ ਮੁੱਕਦੀਆਂ ਉਹਨਾਂ ਦੀਆਂ। ਉਹਨਾਂ ਦੀਆਂ ਸੇਵਾਵਾਂ ਫੇਰ ਵੀ ਲੱਗੀਆਂ ਰਹਿੰਦੀਆਂ ਨੇ ਕਿ ਫਲਾਣੇ ਥਾਂ ਸੇਵਾ ਕਰੋ ਜਾ ਕੇ। ਸਰੀਰ ਦਾ ਤਿਆਗ ਕਰਕੇ ਵੀ ਡਿਊਟੀ ਉਸੇ ਤਰ੍ਹਾਂ ਹੀ ਲੱਗੀ ਰਹਿੰਦੀ ਹੈ। ਫਿਰ ਉਹਨਾਂ ਨੂੰ ਆਉਣ ਜਾਣ ਨੂੰ ਸੱਚਖੰਡ 'ਚੋਂ ਟਾਈਮ ਨਹੀਂ ਲੱਗਦਾ। ਆਪ ਜੀ ਨੇ ਸੁਣਿਆ 6ਵੇਂ ਪਾਤਸ਼ਾਹ ਵੇਲੇ ਪੰਡਤ ਨਿਤਾਨੰਦ ਨੇ ਕਿਹਾ ਸੀ ਕਿ ਤੁਹਾਡੇ ਸਿੱਖ ਝੂਠ ਬੋਲਦੇ ਮਹਾਰਾਜ। ਵੀ ਚਲੋ 2-3 ਦੀ ਗੱਲ ਮੰਨੀ, ਇੱਕ ਤਾਂ ਬਹੁਤੀ ਗੱਪ ਮਾਰਦਾ। ਉਹ ਕਹਿੰਦਾ ਵੀ ਮੈਂ ਜਦੋਂ ਅੱਖਾਂ ਬੰਦ ਕਰਦਾ ਮੈਂ ਸੱਚਖੰਡ 'ਚ ਹੁੰਨਾ, ਅੱਖਾਂ ਖੋਲਦਾ ਇੱਥੇ ਹੁੰਨਾ। ਮਹਾਰਾਜ ਕਹਿੰਦੇ ਪੰਡਤ ਜੀ ਤੁਸੀਂ ਅਭਿਆਸ ਕਰ ਲਓ, ਤੁਹਾਡੀ ਵੀ ਅਵਸਥਾ ਬਣ ਜਾਏਗੀ। 22 ਘੰਟੇ ਮੂਲ ਮੰਤਰ ਦਾ ਪਾਠ ਰੋਜ਼ ਕਰੋ ਤੇ ਰੋਜ਼ ਸੰਗਤ ਦੇ ਭਾਂਡੇ ਮਾਂਜੀ ਜਾਓ। 6 ਮਹੀਨਿਆਂ ਬਾਅਦ ਗੱਲ ਕਰਿਓ ਆ ਕੇ। 6 ਮਹੀਨੇ ਤੱਕ ਪੰਡਤ ਨਿਤਾਨੰਦ ਨੇ 22 ਘੰਟੇ ਸਿਮਰਨ ਕੀਤਾ, ਭਾਂਡੇ ਮਾਂਜੇ ਸੰਗਤ ਦੇ। ਆ ਕੇ ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਬਿਲਕੁਲ ਤੁਹਾਡੇ ਗੁਰਸਿੱਖ ਸੱਚ ਬੋਲਦੇ ਨੇ। ਕਿਉਂ? ਮੈਂ ਜਦੋਂ ਅੱਖਾਂ ਮੀਚਦਾ ਸੱਚਖੰਡ 'ਚ ਹੁੰਨਾ, ਖੋਲਦਾ ਤੇ ਬਿਲਕੁਲ ਸੱਤ ਹੈ। ਧੁਰ ਕੀ ਬਾਣੀ ਬੰਦੇ ਨੂੰ ਇਸ ਤਰ੍ਹਾਂ ਹੀ ਬਣਾ ਦਿੰਦੀ ਹੈ। ਸੋ ਇਸ ਕਰਕੇ ਬ੍ਰਹਮ ਗਿਆਨੀ ਨੂੰ ਨਾ ਕੋਈ ਆਉਣਾ ਔਖਾ ਹੈ, ਨਾ ਉਹਨੂੰ ਜਾਣਾ ਔਖਾ ਹੈ, ਕਿਉਂਕਿ ਉਹ ਬ੍ਰਹਮ ਰੂਪ ਹੀ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ। ਬ੍ਰਹਮ ਗਿਆਨੀ ਦੇ ਹਿਰਦੇ 'ਚ ਗਰੀਬੀ ਸਮਾਈ ਹੁੰਦੀ ਹੈ। ਹਮੇਸ਼ਾ ਨਿਮਰਤਾ 'ਚ ਰਹਿਣਗੇ, ਕਿਉਂਕਿ ਸੰਪੂਰਨਤਾ ਬ੍ਰਹਮ ਗਿਆਨ ਦੀ ਕਾਫੀ ਦੂਰ ਹੈ। ਆਮ ਆਪਾਂ ਹਰੇਕ ਨੂੰ ਹੀ ਬ੍ਰਹਮ ਗਿਆਨੀ ਕਹਿ ਦਿੰਦੇ, ਹਰੇਕ ਨੂੰ ਹੀ ਕਹਿ ਦਿੰਦੇ। ਜਿਹੜਾ ਕੋਈ ਆਉਂਦਾ ਹਰੇਕ ਹੀ ਬ੍ਰਹਮ ਗਿਆਨੀ। ਪਹਿਲਾਂ ਤਾਂ ਉਹਨੂੰ ਜਾ ਕੇ ਪੁੱਛੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਇਸ਼ਤਿਹਾਰ ਤੇ ਲਿਖਾਉਣ ਲੱਗਿਆ ਮੈਂ ਬ੍ਰਹਮ ਗਿਆਨੀ ਤੂੰ? ਐਵੇਂ ਹੀ ਆਪਣੇ ਆਪ ਨੂੰ ਵੱਡਾ ਬ੍ਰਹਮ ਗਿਆਨੀ ਕਹਾਉਣਾ। ਜਿੰਨਾ ਕੁ ਬੰਦਾ ਹੁੰਦਾ ਉਹਦੇ ਨਾਲੋਂ ਵੀ ਸਮਕਾ 10 ਗੁਣੇ ਘੱਟ ਹੀ ਆਖਿਆ ਆਪਣੇ ਆਪ ਨੂੰ, ਫੇਰ ਤਾਂ ਚੰਗੀ ਗੱਲ ਹੈ। ਤੇ ਹੁੰਦੀ ਪਹਿਲੀ ਅਵਸਥਾ ਤੇ ਦਿਖਾਉਣਗੇ 7ਵੀਂ ਅਵਸਥਾ ਆਪਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਨਾ ਅਸਲ ਵਿੱਚ ਉਹਦੇ ਅੰਦਰ ਇੰਨੀ ਨਿਮਰਤਾ ਹੁੰਦੀ, ਬਹੁਤ ਜ਼ਿਆਦਾ, ਬੜੀ ਨਿਮਰਤਾ ਹੁੰਦੀ ਹੈ। ਕਈਆਂ ਦੀ ਮੈਂ ਨਿਮਰਤਾ ਬ੍ਰਹਮ ਗਿਆਨੀਆਂ ਦੀ ਐਸੀ ਦੇਖੀ ਹੋਈ ਹੈ, ਮੈਨੂੰ ਤਾਂ ਪਤਾ। ਇੰਨੀ ਸੰਪੂਰਨਤਾ ਦੇ ਮਾਲਕ ਹੁੰਦਿਆਂ ਹੋਇਆਂ ਵੀ ਮਿਲਣ ਜਾਓ ਤਾਂ ਉੱਠ ਕੇ ਖੜੇ ਹੋ ਜਾਣਗੇ। ਅਸੀਂ ਹੈਰਾਨ ਹੋਵਾਂਗੇ ਵੀ ਤੁਸੀਂ ਕਿਉਂ ਖੜੇ ਹੋ ਗਏ ਹੋ? ਫਿਰ ਕਹਿਣਗੇ ਸਰਾਣੇ ਵੱਲ ਬੈਠ, ਪੈਂਦ ਵੱਲ ਨਹੀਂ ਬੈਠਣਾ। ਲੈ ਵੀ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਬਾਬਾ ਹਰਨਾਮ ਸਿੰਘ ਜੀ ਹਮੇਸ਼ਾ ਇਹੀ ਕਰਦੇ ਸੀ, ਜਦੋਂ ਵੀ ਜਾਣਾ ਅੱਛਾ ਸਰਾਣੇ ਵੱਲ ਬੈਠਣਾ। ਅਸੀਂ ਆਖਣਾ ਨਹੀਂ ਬੈਠ ਸਕਦੇ ਅਸੀਂ, ਤੁਸੀਂ ਇੰਨੇ ਮਹਾਨ। ਲੈ ਫੇਰ ਕੀ ਗੱਲ ਹੋ ਗਈ? ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਮਹਾਰਾਜ ਨੇ ਕਿਹਾ। ਜਦੋਂ ਉਹਨਾਂ ਨੇ ਬਹੁਤਾ ਹੀ ਪਿੱਛੇ ਪੈ ਜਾਣਾ, ਫਿਰ ਮਾੜਾ ਜਿਹਾ ਬੈਠ ਕੇ ਇੱਕਦਮ ਉੱਠ ਜਾਣਾ ਵੀ ਬਸ ਜੀ ਬਚਨ ਮੰਨ ਲਿਆ ਹੁਣ ਬਹੁਤ ਹੈ। ਸੋ ਇਸ ਕਰਕੇ ਉਹ ਆਪ ਹੀ
जे इशनान भी करन लगे हैं तो साबण ते तेल पिछे चक्की आउणगे। साबण तेल लै लिया, महाराज तुसीं क्यों आ गए पिछे? ਉਹ ਲਓ गुरसिख आया भाई। ਉਹ ਸਾਨੂੰ उल्टा सिखाउंदे रहिंदे सी कि गुरसिख की सेवा किवें करनी आ। ਇੰਨੀ ਨਿਮਰਤਾ ਵੀ ਇੱਕ ਸੇਵਾਦਾਰ ਵਿੱਚ ਜਿੰਨੀ ਨਿਮਰਤਾ ਉਹਦੇ ਨਾਲੋਂ 100 ਗੁਣੇ ਥੱਲੇ ਚਲੇ ਜਾਂਦੇ ਹੋਰ ਵੀ। ਉਹਨਾਂ ਦੀ ਅਵਸਥਾ ਹੀ ਐਸੀ ਹੁੰਦੀ ਹੈ, ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ। ਇੰਨੀ ਨਿਮਰਤਾ 'ਚ ਆ ਜਾਂਦੇ ਨੇ ਕਿ ਦੂਜੇ ਨੂੰ ਇਉਂ ਜਨਾਉਣਗੇ ਵੀ ਤੂੰ ਵੱਡਾ ਤੇ ਮੈਂ ਛੋਟਾ। ਬਹੁਤ ਨਿਮਰਤਾ ਰੱਖਣਗੇ, ਗਰੀਬੀ ਸਮਾਈ ਰਹਿੰਦੀ ਉਹਨਾਂ ਦੇ ਹਿਰਦੇ 'ਚ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਉਮਾਹ ਬਣਿਆ ਰਹਿੰਦਾ, ਉਤਸ਼ਾਹ ਬਣਿਆ ਰਹਿੰਦਾ ਪਰ ਉਪਕਾਰ ਕਰਨ ਦਾ। ਪਰ ਉਪਕਾਰ ਕਰੀ ਜਾਣਗੇ। ਬਸ ਕੋਈ ਪਰ ਉਪਕਾਰ ਦੀ ਗੱਲ ਦੱਸ ਦਿਓ ਕਿ ਆਹ ਕਰਮ ਕਰਨਾ ਹੈ, ਸਰੀਰ ਤੱਕ ਲਾਉਣ ਜਾਣਗੇ ਆਪਣਾ। ਪਰ ਉਪਕਾਰ ਕਰਨਾ ਹੈ, ਅੱਛਾ ਸੰਗਤ ਦੇ ਭਲੇ ਵਾਸਤੇ, ਅੱਛਾ ਕੰਮ ਸੰਸਾਰ ਦੇ ਭਲੇ ਲਈ ਹੋਣਾ। ਬਸ ਉਸ ਕੰਮ ਉੱਤੇ ਹਮੇਸ਼ਾ ਉਤਸ਼ਾਹ ਬਣਿਆ ਰਹਿੰਦਾ ਕਿ ਮੈਂ ਭਲਾ ਕਰਾਂ, ਭਲਾ ਕਰਾਂ, ਵੱਧ ਤੋਂ ਵੱਧ ਭਲਾ ਕਰਾਂ ਸੰਸਾਰ ਦਾ। ਬ੍ਰਹਮ ਗਿਆਨੀ ਦੀ ਬਿਰਤੀ ਬਹੁਤ ਸੂਖਮ ਹੁੰਦੀ ਹੈ। ਇੰਨੀ ਸੂਖਮ ਵੀ ਦੇਖੀ ਹੈ ਭਈ ਜੇ ਸ੍ਰਿਸ਼ਟੀ ਦੇ ਉੱਤੇ ਕੋਈ ਕਸ਼ਟ ਆਉਣਾ ਤਾਂ ਪਹਿਲਾਂ ਹੀ ਬਿਮਾਰ ਹੋ ਜਾਣਗੇ। ਪਰਮਾਤਮਾ ਨੂੰ ਕਹਿਣਗੇ ਇਹ ਸਾਰਾ ਕਸ਼ਟ ਸ੍ਰਿਸ਼ਟੀ ਦਾ ਮੈਨੂੰ ਦੇ ਦੇ, ਮੈਨੂੰ ਬਿਮਾਰ ਕਰ ਦੇ, ਮੈਨੂੰ ਮਾਰ ਦੇ, ਮੈਨੂੰ ਜਿਹੜਾ ਰੋਗ ਲਾਉਣਾ ਲਾ ਦੇ, ਪਰ ਦੁਨੀਆ ਨੂੰ ਪਰੇਸ਼ਾਨ ਨਾ ਕਰੀ। ਆਪਾਂ ਕਿਹੜਾ ਉਹਨਾਂ ਦੇ ਰਿਸ਼ਤੇਦਾਰ ਆ ਜਾਂ ਆਪਾਂ ਨੂੰ ਜਾਣਦੇ ਨੇ, ਤਾਂ ਵੀ ਆਪਣੇ ਉੱਤੇ ਕਸ਼ਟ ਲੈ ਲੈਣ। ਕਹਿਣਗੇ ਚੱਲ ਕੋਈ ਨਹੀਂ, ਮੈਂ ਮਹੀਨਾ ਬਿਮਾਰ ਰਹਿ ਲੂੰ, 2 ਮਹੀਨੇ ਰਹਿ ਲੂੰਗਾ, 3 ਮਹੀਨੇ ਰਹਿ ਲੂੰਗਾ, ਪਰ ਦੁਨੀਆ ਦਾ ਤਾਂ ਭਲਾ ਹੋ ਜਾਏਗਾ। ਸੋ ਇਸ ਕਰਕੇ ਜੇ ਕੋਈ ਕਹਿ ਵੀ ਦਿੰਦਾ ਕਿ ਮੈਨੂੰ ਤਾਂ ਜੀ ਆਹ ਬਿਮਾਰੀ ਲੱਗੀ, ਹਟਦੀ ਨਹੀਂ, ਅੱਛਾ ਚੰਗਾ ਹਟ ਜੂਗੀ, ਫਿਰ ਬਿਮਾਰੀ ਨੂੰ ਆਪਣੇ ਉੱਤੇ ਹੀ ਲੈ ਲੈਣਗੇ। ਹੁਣ ਕਈ ਵਾਰ ਆਪਾਂ ਇਹ ਦੇਖਦੇ ਹਾਂ ਕਿ ਫਲਾਨਾ ਮਹਾਤਮਾ ਉਹਨੂੰ ਅਧਰੰਗ ਹੋਇਆ, ਕਿਸੇ ਨੂੰ ਜਲੌਧਰ ਹੋ ਗਿਆ, ਕਿਸੇ ਨੂੰ ਕੋਈ ਬਿਮਾਰੀ, ਉਹ ਉਹਨਾਂ ਦੀ ਆਪਣੀ ਨਹੀਂ ਹੁੰਦੀ। ਉਹ ਕਿਸੇ ਦੀ ਬਿਮਾਰੀ ਆਪਣੇ ਉੱਪਰ ਲੈ ਲੈਣਗੇ। ਚੰਗਾ ਤੂੰ ਜਾ, ਕੋਈ ਨਹੀਂ, ਮੈਂ ਔਖਾ ਹੋ ਲੂੰਗਾ। ਮਾਂ ਬਾਪ ਨਹੀਂ ਕਹਿੰਦੇ, ਜਦ ਬੱਚਾ ਬਿਮਾਰ ਹੋ ਜਾਏ ਮਾਂ ਕਹਿੰਦੀ ਇਹ ਬੁਖਾਰ ਮੈਨੂੰ ਚੜ੍ਹ ਜਾਂਦਾ, ਤੈਨੂੰ ਕਿਉਂ ਚੜ੍ਹਿਆ? ਇਹ ਸੱਟ ਮੈਨੂੰ ਲੱਗ ਜਾਂਦੀ, ਤੈਨੂੰ ਕਿਉਂ ਲੱਗੀ? ਮਾਂ ਦਾ ਹਿਰਦਾ ਬਹੁਤ ਕੋਮਲ ਹੁੰਦਾ। ਇਸੇ ਪ੍ਰਕਾਰ ਬ੍ਰਹਮ ਗਿਆਨੀ ਮਾਤਾ ਪਿਤਾ ਰੂਪ ਹੋਣ ਕਰਕੇ ਬੜੇ ਹੀ ਕੋਮਲ ਦਿਲ ਹੁੰਦੇ ਨੇ। ਹਮੇਸ਼ਾ ਕਹਿਣਗੇ ਸਾਰਿਆਂ ਦਾ ਕਸ਼ਟ ਮੇਰੇ ਤੇ ਹੀ ਆ ਜਾਏ ਬਸ। ਬ੍ਰਹਮ ਗਿਆਨੀ ਕਹਿ ਨਾ ਹੀ ਧੰਦਾ। ਬ੍ਰਹਮ ਗਿਆਨੀ ਸੰਸਾਰੀ ਜੀਵਾਂ ਵਾਂਗੂ ਕਿਸੇ ਧੰਦੇ 'ਚ ਨਹੀਂ ਫਸੇ ਹੁੰਦੇ, ਨਾ ਕੋਈ ਧੰਦਾ ਉਹਨਾਂ ਨੂੰ ਪਰੇਸ਼ਾਨ ਹੀ ਕਰਦਾ। ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਧਾਵਤ ਹੁੰਦਾ ਭੱਜਿਆ ਜਾਂਦਾ ਮਨ ਜਿਹੜਾ, ਇਹਨੂੰ ਬੰਦ ਪਾ ਲੈਂਦੇ ਨੇ। ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਧਾਵਤ ਧਾਵਦੇ ਹੋਏ ਮਨ ਨੂੰ ਲੈ ਕੇ ਬੰਨ ਲੈਂਦੇ, ਚੰਗੀ ਤਰ੍ਹਾਂ ਦੌੜ ਨਹੀਂ ਦਿੰਦੇ, ਮਨ ਟਿਕਿਆ ਹੁੰਦਾ। ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ। ਇੱਥੋਂ ਮਨ ਕਿੰਨੇ ਸੰਕਲਪਾਂ ਦਾ ਭਰਿਆ ਹੋਵੇ, ਬ੍ਰਹਮ ਗਿਆਨੀ ਕੋਲ ਜਾ ਕੇ ਕੋਈ ਸੰਕਲਪ ਨਹੀਂ ਉੱਠਦਾ। ਇੱਥੋਂ 100 ਗੱਲਾਂ ਲੈ ਕੇ ਜਾਂਦੇ ਆ, ਉੱਥੇ ਆਹ ਗੱਲ ਕਰਾਂਗੇ, ਉੱਥੇ ਆਹ ਗੱਲ ਕਰਾਂਗੇ। ਜਦੋਂ ਉੱਥੇ ਬੈਠਦੇ ਆ ਫਿਰ ਸੋਚਣ ਲੱਗ ਜਾਂਦੇ ਵੀ ਕੀ ਗੱਲ ਕਰਨੀ ਸੀ ਇਹਨਾਂ ਨਾਲ। ਦੱਸ, ਇਹ ਗੱਲਾਂ ਤਾਂ ਬਹੁਤ ਸੀ ਮਨ 'ਚ ਭੁੱਲੀ ਗਈਆਂ, ਬਸ ਖਤਮ ਹੀ ਹੋ ਗਈ ਕਹਾਣੀ, ਸੰਕਲਪ ਹੀ ਖਤਮ ਕਰ ਦਿੱਤੇ ਨੇ। ਗੁਰੂ ਨਾਨਕ ਦੇਵ ਜੀ ਐਸਾ ਬਚਨ ਕਰਦੇ ਨੇ, ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬੁਲਾਇਆ ਵੀ ਮੇਰੇ ਦਰ ਤੇ ਆਇਆ, ਅੰਦਰ ਆ, ਜਦੋਂ ਕਹਿੰਦੇ ਮੈਂ ਅੰਦਰ ਗਿਆ ਅਕਾਲ ਪੁਰਖ ਦੇ ਦਰ ਤੇ, ਉਸ ਵਕਤ ਅਕਾਲ ਪੁਰਖ ਕਹਿਣ ਲੱਗੇ ਕੀ ਇੱਛਾ ਹੈ? ਕਹਿੰਦੇ ਮੈਂ ਤਾਂ ਬਸ ਤੁਹਾਡੇ ਚਿਹਰੇ ਵੱਲ ਹੀ ਤੱਕੀ ਜਾਂਦਾ, ਤੁਹਾਡੇ ਪ੍ਰਕਾਸ਼ ਵੱਲ ਹੀ ਤੱਕੀ ਜਾਂਦਾ, ਮੈਨੂੰ ਸਭ ਕੁਝ ਭੁੱਲ ਗਿਆ। ਇਹ ਇੱਕ ਅਵਸਥਾ ਹੀ ਦੱਸੀ ਮਹਾਰਾਜ ਨੇ ਕਿ ਜਦੋਂ ਬ੍ਰਹਮ ਗਿਆਨੀ ਦੀ ਜਾਂ ਸਤਿਗੁਰੂ ਦੀ ਸੰਗਤ ਹੁੰਦੀ ਸਿੱਖ ਨੂੰ, ਬ੍ਰਹਮ ਗਿਆਨੀ ਦੇ ਮਿਲਣ ਨਾਲ, ਸਤਿਗੁਰੂ ਦੇ ਮਿਲਣ ਨਾਲ ਸੰਕਲਪ ਹੀ ਮਰ ਜਾਂਦੇ ਨੇ ਸਾਰੇ। ਇੱਕੋ ਹੀ ਸੰਕਲਪ, ਬ੍ਰਹਮ ਗਿਆਨੀ ਦੇ ਕੋਲ ਬੈਠ ਕੇ ਦੂਜੀ ਗੱਲ ਨਹੀਂ ਆਉਂਦੀ, ਦਿਮਾਗ ਬੰਦ ਹੋ ਜਾਂਦਾ ਹੈ। ਉੱਥੇ ਬੈਠ ਕੇ ਇੱਕ ਚੀਜ਼ ਚੱਲਦੀ ਰਹਿੰਦੀ ਹੈ, ਇੱਕੋ ਹੀ ਸੰਕਲਪ ਰਹਿੰਦਾ ਹੈ। ਇੱਕੋ ਕਿਸੇ ਕਵੀ ਨੇ ਕਵਿਤਾ ਬਣਾਈ, ਇੱਕ ਵਾਰੀ ਉਹ ਕਵਿਤਾ ਪੜ੍ਹੀ ਕਿਸੇ ਬ੍ਰਹਮ ਗਿਆਨੀ ਦੇ ਕੋਲ, ਕਹਿੰਦੇ ਜੀ ਕਵਿਤਾ ਪੜ੍ਹਨੀ ਹੈ, ਕਹਿੰਦੇ ਚੰਗਾ ਭਾਈ ਸਟੇਜ ਤੇ ਕਵਿਤਾ ਪੜ੍ਹ ਲਓ, ਕਵੀਸ਼ਰੀ ਕਰ ਲਓ, ਸਾਰਿਆਂ ਨੂੰ ਖੁੱਲ੍ਹੀ ਛੁੱਟੀ ਹੈ। ਕਵਿਤਾ ਦੀਆਂ ਪਹਿਲੀਆਂ 2 ਲਾਈਨਾਂ ਸੀ, ਇੱਕੋ ਫੁਰਨਾ ਦੇ ਬਾਬਾ ਜੀ, ਨਾਮ ਦਾ ਫੁਰਨਾ ਦੇ ਬਾਬਾ ਜੀ। ਉਹ ਮੈਂ ਸਾਰੀ ਲਿਖਵਾ ਵੀ ਲਈ ਉਹਦੇ ਕੋਲੋਂ। ਮੈਂ ਕਿਹਾ ਕਵਿਤਾ ਬਹੁਤ ਸੋਹਣੀ ਤੁਹਾਡੀ। ਇੱਕੋ ਫੁਰਨਾ ਦੇ ਸਤਿਗੁਰ ਜੀ, ਨਾਮ ਦਾ ਫੁਰਨਾ ਦੇ ਸਤਿਗੁਰ ਜੀ।
ਇੱਕੋ ਹੀ ਫੁਰਨਾ ਫੁਰੇ ਜਦ ਮੈਨੂੰ ਫੁਰੇ ਦੂਜਾ ਫੁਰੇ ਹੀ ਨਾ, ਇੱਕੋ ਹੀ ਫੁਰਨਾ ਫੁਰੇ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਮਨ ਨੂੰ ਆਪਣੇ ਨੂੰ ਸਮਝਾਓ, ਘਰ ਰਹੋ ਰੇ ਮਨ ਮੁਗਧ ਅਯਾਨੇ, ਘਰ ਰਹੋ ਰੇ ਮਨ ਮੁਗਧ ਅਯਾਨੇ। ਬਾਹਰ ਕਿੱਧਰ ਜਾਂਦਾ ਮੇਰੇ ਮਨ, ਹਿਰਦੇ 'ਚ ਰਹਿ। ਮਨ ਨੂੰ ਬਾਹਰ ਜਾਣ ਤੋਂ ਰੋਕ ਲੈਂਦਾ ਬ੍ਰਹਮ ਗਿਆਨੀ। ਜਿਹੜਾ ਉਹਦੇ ਕੋਲ ਬੈਠ ਜਾਂਦਾ ਉਹਦਾ ਮਨ ਵੀ ਜਾਣੋਂ ਰੁਕ ਜਾਂਦਾ। ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ। ਬ੍ਰਹਮ ਗਿਆਨੀ ਕੋਲੋਂ ਹਮੇਸ਼ਾ ਭਲਾ ਹੀ ਹੁੰਦਾ, ਮਾੜਾ ਕੰਮ ਨਹੀਂ ਕਰਦਾ ਉਹ। ਬ੍ਰਹਮ ਗਿਆਨੀ ਨੇ ਸਾਰਿਆਂ ਦਾ ਭਲਾ ਹੀ ਕਰਨਾ ਹੈ, ਦੁਸ਼ਮਣ ਦਾ ਵੀ ਭਲਾ ਹੀ ਸੋਚਦਾ ਉਹ, ਕਿਉਂਕਿ ਉਹ ਤਾਂ ਉਹਨੂੰ ਦੁਸ਼ਮਣ ਨਹੀਂ ਮੰਨਦਾ, ਪਰ ਜਿਹੜਾ ਬਾਹਰਲਾ ਬੰਦਾ ਉਹ ਤਾਂ ਮੰਨਦਾ ਵੀ ਇਹ ਮੇਰਾ ਦੁਸ਼ਮਣ, ਐਵੇਂ ਖਾਮ ਖਾਂ ਈਰਖਾ ਕਰਦਾ। ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਹਮੇਸ਼ਾ ਸ੍ਰੇਸ਼ਟ ਫਲਾਂ ਦੇ ਸੰਯੁਕਤ ਫਲ ਦਾ ਹੀ ਰਹਿੰਦਾ ਹੈ। ਬ੍ਰਹਮ ਗਿਆਨੀ ਦੇ ਅੰਦਰ ਭਲਾ ਭਲਾ ਕਰਨਾ ਤੇ ਸ੍ਰੇਸ਼ਟ ਫਲ ਦੇ ਸਹਿਤ ਫਲਣਾ ਫੁੱਲਣਾ ਤੇ ਦੂਜਿਆਂ ਨੂੰ ਵੀ ਬਖਸ਼ਿਸ਼ਾਂ ਕਰਨੀਆਂ। ਬ੍ਰਹਮ ਗਿਆਨੀ ਸੰਗ ਸਗਲ ਉਦਾਰ। ਬ੍ਰਹਮ ਗਿਆਨੀ ਦੇ ਨਾਲ ਜਿੰਨੇ ਵੀ ਜਾ ਕੇ ਮਿਲ ਜਾਂਦੇ ਨੇ ਉਸੇ ਹੀ ਬੰਦੇ ਦਾ ਉਧਾਰ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਦੁਨੀਆ ਦਾ ਕੋਈ ਵਿਅਕਤੀ ਰੋਗ ਤੋਂ ਰਹਿਤ ਨਹੀਂ, ਸਾਰੇ ਹੀ ਬਿਮਾਰ ਹਨ। ਜਾਂ ਤਾਂ ਬਿਮਾਰੀਆਂ ਤਾਂ ਸੰਸਾਰ ਦੀਆਂ ਹੈ ਹੀ ਹੈ, ਪਰ ਮਾਇਆ ਦਾ ਰੋਗ, ਹਉਮੈ ਦਾ ਰੋਗ, ਮਮਤਾ ਦਾ ਰੋਗ, ਵਿਸ਼ਿਆਂ ਦੇ ਰੋਗ, ਇਹ ਸਾਰੇ ਰੋਗ ਤਾਂ ਲੱਗੇ ਹੀ ਹੋਏ ਨੇ ਹਰੇਕ ਨੂੰ। ਜਦੋਂ ਹੀ ਕੋਈ ਗਿਆ ਉਹਨਾਂ ਨੇ ਉਸੇ ਵਕਤ ਹੀ ਉਹਦਾ ਉਧਾਰ ਕਰਨ ਦੀ ਸੋਚਣੀ। ਇਹ ਬੰਦੇ ਦਾ ਭਲਾ ਕਿਵੇਂ ਹੋ ਸਕਦਾ? ਇਹ ਬੰਦਾ ਕਿਵੇਂ ਨਾਮ ਜਪਣ ਲੱਗ ਜਾਏ, ਕਿਵੇਂ ਬਾਣੀ ਪੜ੍ਹਨ ਲੱਗ ਜਾਏ, ਕਿਵੇਂ ਸੇਵਾ ਕਰਨ ਲੱਗ ਜਾਏ। ਹਮੇਸ਼ਾ ਉਹਨਾਂ ਦੇ ਮਨ ਦੇ ਅੰਦਰ ਭਲਾ ਕਰਨ ਦੀ ਇੱਛਾ ਉੱਠਦੀ ਹੈ। ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਸਾਰਾ ਸੰਸਾਰ ਹੀ ਜਪਦਾ, ਸਾਰੇ ਯਾਦ ਕਰਦੇ ਨੇ ਕਿ ਇਹ ਸਾਡਾ ਭਲਾ ਕਰਕੇ ਚਿਤਵਦੇ ਨੇ। ਬ੍ਰਹਮ ਗਿਆਨੀ ਸਾਰੇ ਸੰਸਾਰ ਦੇ ਅੰਦਰ ਆਪਣਾ ਰੂਪ ਦੇਖਦਾ ਹੈ, ਮੈਂ ਹੀ ਹਾਂ ਇਹ। ਕਿਉਂਕਿ ਆਪਾਂ ਆਪਣੇ ਆਪ ਨੂੰ ਵੱਖਰੇ ਦੇਖਦੇ ਹਾਂ। ਜਿੰਨੇ ਜਾਣੇ ਆਪਾਂ ਬੈਠੇ ਹਾਂ ਆਪਾਂ ਸਾਰਿਆਂ ਨੂੰ ਵੱਖੋ ਵੱਖਰੇ ਦੇਖਦੇ ਹਾਂ, ਪਰ ਬ੍ਰਹਮ ਗਿਆਨੀ ਸਾਰਿਆਂ ਨੂੰ ਆਪ ਹੀ ਸਮਝਦਾ ਕਿ ਇਹ ਮੈਂ ਹੀ ਹਾਂ, ਵੀ ਜਿਹੜੀ ਆਤਮਾ ਮੇਰੇ ਵਿੱਚ ਹੈ ਉਹੀ ਇਹਦੇ ਵਿੱਚ ਹੈ। ਤਾਈਓ ਤਾਂ ਭਗਤ ਨਾਮਦੇਵ ਜੀ ਕੂਕਰ ਦੇ ਮਗਰ ਰੋਟੀ ਘਿਓ ਲੈ ਕੇ ਦੌੜ ਪਏ ਵੀ ਘਿਓ ਲਾ ਕੇ ਛਕੋ, ਕਿਉਂ? ਉਹ ਕਹਿੰਦੇ ਇਹਦੇ ਵਿੱਚ ਵੀ ਤਾਂ ਉਹੀ ਜੋ ਮੇਰੇ ਵਿੱਚ ਹੈ। ਤਾਂ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨ ਦੀ ਅਵਸਥਾ ਬਹੁਤ ਵੱਡੀ ਅਵਸਥਾ ਹੈ। ਕਿਸੇ ਕਿਸੇ ਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਪਾਂ ਤਾਂ ਕੇਵਲ ਸੁਣਨ ਜੋਗੇ ਹਾਂ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜੋਗੇ ਹਾਂ। ਇੰਨੀਆਂ ਉੱਚੀਆਂ ਅਵਸਥਾਵਾਂ ਸਿਰਫ ਸੁਣਨ ਵਾਸਤੇ ਹਨ, ਪਰ ਜੇ ਮਹਾਰਾਜ ਕਿਤੇ ਕਿਰਪਾ ਕਰ ਦੇਣ, ਕਿਸੇ ਨੂੰ ਦੇ ਵੀ ਦੇਣ ਤਾਂ ਮਹਾਰਾਜ ਦੀ ਮਰਜ਼ੀ ਹੈ। ਪਰ ਇੰਨੀ ਜਿੰਨੀਆਂ ਆਪ ਜੀ ਉੱਚੀਆਂ ਅਵਸਥਾਵਾਂ ਸਾਨੂੰ ਸੁਣਾਉਂਦੇ ਹੋ, ਅਸੀਂ ਤਾਂ ਸੁਣ ਸੁਣ ਕੇ ਹੀ ਹੈਰਾਨ ਹੁੰਦੇ ਹਾਂ। ਇੰਨੀ ਉੱਚੀ ਅਵਸਥਾ ਦੇ ਮਾਲਕ ਅਸੀਂ ਕਿਵੇਂ ਬਣ ਸਕਦੇ ਹਾਂ? ਪਰ ਹਰ ਜੀਓ ਸਾਚੀ ਨਦਰ ਤੁਮਾਰੀ, ਜੇ ਹੋ ਜਾਏ ਸਾਡੇ ਤੇ ਤਾਂ ਦੇਰ ਵੀ ਨਹੀਂ ਲੱਗਦੀ। ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ। ਜੇ ਚਾਹੋ ਤਾਂ ਕੀੜੀ ਨੂੰ ਬ੍ਰਹਮ ਗਿਆਨ ਦੇ ਸਕਦੇ ਹੋ, ਬੰਦੇ ਨੂੰ ਬ੍ਰਹਮ ਗਿਆਨ ਦੇਣਾ ਕੀ ਔਖਾ ਹੈ। ਸੋ ਆਪ ਜੀ ਦੀ ਨਜ਼ਰ ਚਾਹੀਦੀ ਹੈ। ਮਹਾਰਾਜ ਅੱਗੇ ਬੇਨਤੀ ਕਰੀਏ ਕਿ ਸਾਡੇ ਅੰਦਰ ਵੀ ਇੱਕ ਰੁਚੀ ਪੈਦਾ ਕਰੋ ਕਿ ਮਨ ਸਾਚਾ, ਮੁਖ ਸਾਚਾ ਸੋਏ, ਅਵਰ ਨ ਪੇਖੈ ਕਿਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹ ਜੋ ਮੂਲ ਰੂਪ ਦੇ ਵਿੱਚ ਹੈ ਸਾਰਾ ਬ੍ਰਹਮ ਗਿਆਨੀ ਦਾ ਤੱਤ
ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕ ਸਬਿਨ ਕੋਏ। ਨਾਨਕ ਹੈ ਲੱਛਣ ਬ੍ਰਹਮ ਗਿਆਨੀ ਹੋਏ, ਬ੍ਰਹਮ ਗਿਆਨੀ ਕੈ ਏਕੈ ਰੰਗ। ਬ੍ਰਹਮ ਗਿਆਨੀ ਨੂੰ ਕੇਵਲ ਇੱਕ ਨਾਮ ਦਾ ਹੀ ਰੰਗ ਚੜ੍ਹਿਆ ਰਹਿੰਦਾ ਹੈ। ਸੰਸਾਰ ਦੇ ਜੀਵਾਂ ਨੂੰ, ਸੰਸਾਰ ਦੇ ਜੀਵਾਂ ਪ੍ਰਤੀ ਕਹਿੰਦੇ ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇ ਜੈ ਜਾਏ। ਸੰਸਾਰ ਦੇ ਜੀਵਾਂ ਨੂੰ ਤਾਂ ਹੋਰ ਹੀ ਰੰਗ ਚੜ੍ਹੇ ਹੋਏ ਨੇ, ਇੰਨੇ ਕਿਸਮ ਦੇ ਰੰਗ ਚੜ੍ਹ ਗਏ ਨੇ ਜਿਨ੍ਹਾਂ ਨੂੰ ਉਤਾਰਨਾ ਔਖਾ ਹੈ। ਪਰ ਬ੍ਰਹਮ ਗਿਆਨੀ ਨੂੰ ਤਾਂ ਇੱਕ ਨਾਮ ਦਾ ਹੀ ਰੰਗ ਹੁੰਦਾ ਹੈ। 24 ਘੰਟੇ ਇੱਕ ਰਸ ਨਾਮ ਦੇ ਰੰਗ ਵਿੱਚ ਰੰਗੇ ਗਏ, ਪ੍ਰੇਮ ਰੰਗ ਵਿੱਚ ਰੰਗੇ ਗਏ। ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ। ਵਾਹਿਗੁਰੂ ਪਰਮੇਸ਼ਰ ਬ੍ਰਹਮ ਗਿਆਨੀ ਦੇ ਹਰ ਵਕਤ ਨਾਮ ਦਿਓ ਬਸੈ ਹਰ ਜੀਉ ਸੰਗ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਨਾਮਦੇਵ ਜੀ ਦੇ ਨਾਲ ਹਮੇਸ਼ਾ ਪਰਮੇਸ਼ਰ ਹਾਜ਼ਰ ਨਾਜ਼ਰ ਹਿਰਦੇ 'ਚ ਪ੍ਰਕਾਸ਼ਮਾਨ ਨੇ। ਬ੍ਰਹਮ ਗਿਆਨੀ ਦੇ ਨਾਲ ਪਰਮੇਸ਼ਰ ਹੈ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਆਪ ਹੀ ਪਰਮੇਸ਼ਰ ਰੂਪ ਹੋ ਜਾਂਦੇ ਨੇ ਆਪਣੀ ਹੰਗਤਾ ਦਾ ਤਿਆਗ ਕਰਕੇ। ਬ੍ਰਹਮ ਗਿਆਨੀ ਕੈ ਨਾਮ ਆਧਾਰ। ਬ੍ਰਹਮ ਗਿਆਨੀ ਨੂੰ ਹਮੇਸ਼ਾ ਨਾਮ ਦਾ ਹੀ ਆਧਾਰ ਬਣਿਆ ਰਹਿੰਦਾ, ਆਸਰਾ। ਆੜੇ ਕੰਨਾ ਧੱਦੇ ਨੂੰ ਕੰਨਾ, ਆਧਾਰ। ਬ੍ਰਹਮ ਗਿਆਨੀ ਨੂੰ ਨਾਮ ਦਾ ਆਧਾਰ ਹੁੰਦਾ ਹੈ। ਬੜਾ ਬੜਾ ਚਿਰ ਇਹ ਵੀ ਰੋਟੀ ਨਹੀਂ ਖਾਂਦੇ ਹੈ, ਪਾਣੀ ਨਹੀਂ ਪੀਂਦੇ ਹੈ, ਸੌਂਦੇ ਨਹੀਂ ਹੈ। ਜੇ ਬੇਨਤੀ ਕਰੀਏ ਵੀ 3 ਮਹੀਨੇ ਹੋ ਗਏ ਰੋਟੀ ਨਹੀਂ ਖਾਧੀ, ਹੁਣ ਵੀ ਤੁਸੀਂ ਕੋਈ ਖਾ ਲਓ, ਇੱਕ ਬੁਰਕੀ ਖਾ ਕੇ ਗੁਜ਼ਾਰਾ ਕਰਦੇ। ਸੋ ਕਹਿੰਦੇ ਨਾਮ ਦਾ ਆਧਾਰ ਹੈ। ਸੋ ਇਸ ਕਰਕੇ ਨਾਮ ਦੇ ਆਧਾਰ ਤੇ ਹੀ ਇਹਨਾਂ ਦਾ ਸਰੀਰ ਚੱਲਦਾ ਰਹਿੰਦਾ। ਸੰਸਾਰੀ ਜੀਵਾਂ ਨੂੰ ਰੋਟੀ ਦੀ ਲੋੜ ਪੈਂਦੀ, ਪਾਣੀ ਦੀ ਲੋੜ ਪੈਂਦੀ ਹੈ, ਪਰ ਜਿੱਥੇ ਰੋਟੀ ਪਾਣੀ ਸਬਜ਼ੀ ਦਾਲਾਂ ਫਲਾਂ ਨੂੰ ਬਣਾਉਣ ਵਾਲਾ ਕੌਣ ਹੈ? ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 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 ਇਹ ਰੋਟੀ, ਇਹ ਧਰਤੀ, ਇਹ ਬ੍ਰਹਿਮੰਡ, ਇਹ ਸ੍ਰਿਸ਼ਟੀ, ਇਹ 84 ਲੱਖ ਜੂਨ, ਇਹ ਬਨਸਪਤੀ, ਇਹ ਫਲ, ਇਹ ਖਣਜ ਪਦਾਰਥ, ਇਹ ਕਿਹਨੇ ਬਣਾਏ ਨੇ? ਇਹ ਕਹਿੰਦੇ ਵਾਹਿਗੁਰੂ ਨੇ ਬਣਾਏ ਨੇ। ਤੇ ਜੇ ਉਹ ਵਾਹਿਗੁਰੂ ਮੇਰੇ ਹਿਰਦੇ 'ਚ ਆ ਗਿਆ, ਹੁਣ ਮੈਨੂੰ ਬਾਹਰੋਂ ਰੋਟੀ ਲੈਣ ਦੀ ਲੋੜ ਨਹੀਂ। ਬਾਹਰੋਂ ਦਾਲ ਪਾਣੀ ਰੋਟੀ ਕੋਈ ਚੀਜ਼ ਨਹੀਂ ਚਾਹੀਦੀ ਮੈਨੂੰ, ਕਿਉਂਕਿ ਮੇਰੇ ਅੰਦਰ ਹੀ ਉਹ ਆ ਗਿਆ ਹੈ। ਜਿਹਨੇ ਬਾਹਰ ਰੋਟੀ ਬਣਾਈ ਹੈ, ਫਿਰ ਮੈਨੂੰ ਅੰਦਰ ਨਹੀਂ ਰੋਟੀ ਦੇ ਸਕਦਾ। ਅੰਦਰ ਆਧਾਰ ਕਰ ਦਿੰਦਾ ਨਾਮ ਹੀ, ਨਾਮ ਹੀ ਆਧਾਰ ਬਣ ਜਾਂਦਾ, ਕਿਉਂਕਿ ਨਾਮ ਦੇ ਰਸ ਵਿੱਚ ਇੰਨੀ ਤਾਕਤ ਹੋ ਜਾਂਦੀ। ਜਿਹੜੇ ਆ ਰੌਕਟ ਦੇ ਵਿੱਚ ਜਾਂਦੇ ਨੇ, ਬਹੁਤ ਚਿਰ ਅਸਮਾਨ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਜੋ ਭੁੱਖ ਲੱਗਦੀ ਹੈ, ਉਹਨਾਂ ਨੂੰ ਕਹਿੰਦੇ ਵੀ ਇੱਕ ਕੈਪਸੂਲ ਫਲਾਣੇ ਥਾਂ ਤੇ ਪਿਆ, ਉਹ ਖਾ ਲਓ। ਸਿਰਫ ਇੱਕ ਕੈਪਸੂਲ ਖਾਣ ਦੇ ਨਾਲ ਉਹ 24 ਘੰਟੇ ਉਹਨੂੰ ਭੁੱਖ ਨਹੀਂ ਲੱਗਦੀ। ਇੰਨੀ ਇੱਕ ਕੈਪਸੂਲ ਦੇ ਵਿੱਚ ਹੀ ਤਾਕਤ ਹੈ। ਨਾਮ ਦੇ ਵਿੱਚ ਵੀ ਹੈ। ਜਿੰਨਾ ਆਪਾਂ ਜਿੰਨੀ ਰੋਟੀ ਖਾਂਦੇ ਆ, ਜੇ 3 ਰੋਟੀਆਂ ਖਾਧੀਆਂ ਨੇ, 3 ਰੋਟੀਆਂ ਵਿੱਚੋਂ ਮੂਲ ਤੱਤ ਸਿਰਫ 4 ਜਾਂ 5 ਚਮਚੇ ਭਰੇ ਹੋਏ ਜਿਹੜੇ ਨੇ ਉਸ ਰਸ ਦੇ ਨਿਕਲਣੇ ਨੇ, ਜਿਨ੍ਹਾਂ ਨੇ ਆਪਾਂ ਨੂੰ ਆਧਾਰ ਦੇਣਾ ਹੁੰਦਾ।
बाकी तां चीज़ां फोकट है सारियां। वो जिहड़ा रस हुंदा अपने अंदर रोटी दा, फलां दा, दुध दा, वो रस जिहड़ा वो आधार बनदा शरीर दा। जदों नाम जपदियां जपदियां जुबान दे विच रस आउण लग जांदा है, ये रस जदों अंदर एक चमचा तो बहुत ज़्यादा एक बूंद भी चलिया जावे अंदर, बस उन्ना ही आधार हो जाता है। ना रोटी की लोड़, ना पानी की लोड़। इसे करके ब्रह्म ज्ञानी नूं इन्हां चीज़ां की जरूरत महसूस नहीं हुंदी। केवल शरीर दे चलाउण लई ही इन्हां चीज़ां नूं खांदे ने। अद्धा प्रसादा, अद्धे तो भी अद्धा, सिर्फ शरीर दीयां नाड़ां नूं चलदियां रखण वास्ते ये अपना कर्म करदे ने। बाकी तां नाम दा ही आधार बनिया रहिंदा है। ब्रह्म ज्ञानी कै नाम परिवार। ब्रह्म ज्ञानी का कोई परिवार नहीं है, ब्रह्म ज्ञानी का नाम ही परिवार है। वाहिगुरु वाहिगुरु ही माता है, पिता है, भैन भरा, रिश्तेदार, दोस्त मित्र, सब कुछ वाहिगुरु ही है। नाम ही मेरा परिवार है। क्योंकि जदों हरेक चीज़ नूं निशाना ही आपने नाम रख लिया, फिर अपने आप ही ध्यान उधर रहेगा। हुण अपना ध्यान परिवार विच है, घर विच है, दोस्तां मित्रां विच है, रिश्तेदारियां विच है, कम्मां कारां विच है, खाण पीण विच है। हज़ारां थां ते अपना ध्यान खिंडिया होया इस वक्त। पर ब्रह्म ज्ञानी नाम नूं ही कहंदे ने, नाम ही मेरा धंधा है, नाम ही मेरी दुकान है, नाम ही मेरा काम है, नाम ही मेरा परिवार है, नाम ही मेरे कपड़े ने, नाम ही मेरी रोटी है, नाम ही मेरा पानी है, नाम तेरा दीवा, नाम तेरो बाती, नाम तेरो तेल ले माहे बसारे, नाम तेरे की जोत लगाई भयो यारो पवन सलारे, नाम तेरो तागा, नाम फूल माला भार अठार है सगल जूठारे। मेरा सारा कुछ ही नाम है। इत्थों तक भी वो परमात्मा नूं जे कुछ छकाउणा उन्होंने शरधा नाल कहने सत नाम है हर भोग तुहारे। कहने नाम का ही भोग ला लो, नाम करके ही प्रसाद बनता। उन्होंने बिरती इन्नी उची उठ जाती है क्योंकि नाम ही प्रसाद है। ब्रह्म ज्ञानी सदा सद जागत। ब्रह्म ज्ञानी सदा ही पहला तो प्रतक्ष भी जागते हुंदे ने, देखण मात्र लगदा कि सुते पए ने, फिर यह जागृत अवस्था विच हमेशा रहिंदे ने, सावधान एकाग्र चीत। ब्रह्म ज्ञानी की अवस्था ही ऐसी, हमेशा जागृत अवस्था विच रहणगे। देखण नूं सुते पए लगदे ने पर जागदे हुंदे ने। ब्रह्म ज्ञानी अहंग बुद्ध त्यागत। ब्रह्म ज्ञान वाले महापुरुष हंगता वाली बुद्धि का त्याग कर देंदे ने, क्योंकि हंगता वाली बुद्धि परमेश्वर नूं पसंद नहीं है। ब्रह्म ज्ञानी कै मन परमानंद। ब्रह्म ज्ञानी के मन के अंदर हमेशा ही परम तो भाव वड्डा आनंद बन जाता। इन्ना वड्डा आनंद हर वक्त उन्हां दे हिरदे च बनिया रहिंदा है। बाहर निकलण नूं जी नहीं करदा संसार वल। अज दे युग च हुण इन्नी गर्मी हो गई है, इन्नी तड़फदी गर्मी, दोपहरे इन्ना औखा हुंदा है जिन किसी बंदे नूं एसी च बिठा दईए, उन्होंने कही बाहर चल, पखे थले जा, वो नहीं जाता। वो कहने इत्थे तो बहुत ही आनंद आ रहा। पहाड़ों में कोई बर्फां में चलिया जावे, ठंडियां हवावां में चलिया जावे, ਉਹਦਾ नहीं जी करता इधर ਨੂੰ आउण वास्ते। वो कहना इत्थे ही मकान बना के रह पईए क्योंकि बड़ा आनंद आ रहा है। ब्रह्म ज्ञानी के अंदर चले जाते ने, दसों इंद्रियां ते मन नूं काबू करके हिरदे च निवास कर जाते ने, तां फिर परम आनंद विच लीन हो के बाहर नूं घट ही आउंदे ने। बाहर की लैण आउणा। चुभी रही सुरत प्रभ चरणन मह, चित न भयो हमरो आवन कह।
ब्रह्म ज्ञानी कै घर सदा आनंद। ब्रह्म ज्ञानी के हिरदे रूप घर विच हमेशा ही आनंद बनया रहिंदा। आपां नूं तां जिंदगी च कदे कदे आनंद आउंदा, बड़े खुश हुंदे, अज बड़ा आनंद आया संसारी कम्मां दा। ब्रह्म ज्ञानी लई हर वक्त ही आनंद है। ब्रह्म ज्ञानी सुख सहज निवास। ब्रह्म ज्ञानी के हिरदे दे विच सुते सिद्ध ये सारियां चीज़ां सुख आत्मक अडोल अवस्था निवास कर जांदियां ने। ब्रह्म ज्ञानी डोलदा नहीं, संसार दे जीव डोल जाते हैं, क्योंकि उहदे हिरदे दे अंदर माया नहीं है। जिथे माया है उत्थे डोलना है, जिथे नाम है उत्थे सुख सहज निवास। महाराज सच्चे पातशाह आपां नूं रोज समझाउंदे ने, रसना गुण गोपाल निध गायन, शांत सहज रहस मन उपजो, सगले दुख पलायन। ब्रह्म ज्ञानी का सुते सिद्धि सुखां च निवास हो जाता। नानक ब्रह्म ज्ञानी का नहीं विनाश। ब्रह्म ज्ञानी का हुण कदे विनाश नहीं हुंदा, क्योंकि ऐसी अवस्था नूं चलिया गया ब्रह्म ज्ञानी भगत मारकंडा जी। बड़ी लंबी उम्र होई, सो पुछया बई तुसीं बड़ी बारी परलों आई आ, अग दी परलों पानी दी परलों। और उस वक्त कहण लगे नाम दे आसरे ही मैं जिउंदा, कोई चीज़ मेरा नाश नहीं कर सकती। काग भसुंड नूं भाई मरदाना जी कहण लगे थोड़ी इन्नी उम्र लंबी है भी थोड़े देखद्यां देखद्यां कई रामचंद्र कई रावण कई कृष्ण हो हटिया। इन्नी लंबी उम्र है, कई बारी परलों आई तो तुसीं फिर इसी तरह ही रह जाते हो। काग भसुंड जी कहण लगे मैं जदों पानी की परलों आउंदी है मैं पानी का रूप बन जाता, मैनूं फिर किहने डुबाउणा है। जे अग दी परलों आ जाए मैं अग रूप हो जाता, फिर मैनूं किहने साड़ना। सो इस करके उहदा कदे विनाश नहीं, शरीर छड्ड के भी उहदा विनाश नहीं। शरीर ने तो जाना ही है, पर जीवित पेखे जिनी हर हर ध्याया, साध संग तिनी दर्शन पाया। ब्रह्म ज्ञानी ब्रह्म का बेता, बेता हुंदा जानन वाला। ब्रह्म ज्ञानी ब्रह्म दे जानन वाला है, होर कोई ब्रह्म नूं जान नहीं सकता, पहचान नहीं सकता। ब्रह्म ज्ञानी नूं ज्ञान हुंदा इस गल दा। ब्रह्म ज्ञानी एक संग हेता। ब्रह्म ज्ञानी केवल एक वाहिगुरु नाल ही अपना प्रेम करते हैं। वाहिगुरु ने अपने सारिਆਂ ਦੇ ਵਿੱਚ देखते हैं। हरेक पंछी विच, जीव दे विच, पशु विच, बनस्पति दे विच, हरेक दे विच ही कहते ने तू आप बैठा। ऐसी उच्ची अवस्था चली जाती है कि सारिਆਂ दे विच ही वाहिगुरु नजर आउंदे ने। ब्रह्म ज्ञानी कह होए अचिंत। ब्रह्म ज्ञानी मन के अंदर बिल्कुल चिंता तो मुक्त हुंदा, उन्होंने कोई चिंता नहीं। चिंता वाहिगुरु नूं है साडी, सानू काहदी चिंता। नाले वाहिगुरु नूं भी काहदी चिंता। वाहिगुरु ने एक बार सृष्टि बनाती, सारे असूल बनाते, अपने आप ही सब कुछ चली जाता। वाहिगुरु की जोत ही सारा कर्म करती है अपने आप ही, उन्होंने कोई चिंता नहीं है। ब्रह्म ज्ञानी का निर्मल मंत। ब्रह्म ज्ञानी का जिहड़ा उपदेश मिलता है ये भी निर्मल है। जदों भी किसी को उपदेश करते हैं तो उपदेश जिहड़ा हुंदा वो निर्मल उपदेश करते हैं, मैल तो रहत। जिहड़ा उपदेश जीव का कल्याण करे उही उपदेश उन्होंने करना। उन्होंने दिते हुए उपदेश विच ना लालच हुंदा, ना कोई विशा हुंदा। ब्रह्म ज्ञानी जिस करै प्रभ आप। वाहिगुरु आप ही जिन्हों ब्रह्म ज्ञानी बना देवे उही बंदा बन सकता है, उसे उत्ते किरपा हुंदी है। ब्रह्म ज्ञान वाहिगुरु दे हथ वस है, किसी नूं मर्जी दे देण। अपनी अपनी मेहनत आपां ने करी जानी है।
पर ब्रह्म ज्ञानी बनाना वाहिगुरु का कर्म है। उन्हें तरस करके जिन्हों मर्जी बना देना। ब्रह्म ज्ञानी का बड़ प्रताप, ब्रह्म ज्ञानी का जौ जलाल बड़ा हुंदा होवे ब्रह्म ज्ञानी। हुण दुनिया च काल पै गया है ब्रह्म ज्ञानियों का, खत्म हो गए। गुप्त बैठे ने जिथे बैठे ने, वो इस करके भी दुनिया नास्तिकां दी हो गई बहुत ही ज्यादा। संसार की बुद्धि मंद हो गई। इस करके जे कोई है भी तो वह अपने आप नूं दिखाउणा नहीं चाहुंदा है।